ਜੀ ਸਾਹਿਬ ਸ਼ੁਰੂ ਕਰੋ। ਵਾਹਿਗੁਰੂ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 513 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ। 13ਵੀਂ ਜਿਹੜੀ ਹੈਗੀ ਆਪਾਂ ਨੇ 13ਵੀਂ ਪੌੜੀ ਲੈਣੀ ਆ ਗੌੜੀ ਰਾਗ ਦੀ 513 513 ਤੀਸਰੀ ਪਾਤਸ਼ਾਹੀ ਦੀ ਵਾਰ ਹੈਗੀ ਆ। ਉਹ ਉੱਪਰ ਪੌੜੀਆਂ ਜਾ ਰਹੀਆਂ ਵਾਰ ਦੀਆਂ। 13ਵੀਂ ਪੌੜੀ ਤੇ ਆ ਗਏ ਆਪਾਂ। ਸ਼ਲੋਕ ਮਹਲਾ ਤੀਜਾ। ਹਉਮੈ ਮਮਤਾ ਮੋਹਣੀ ਮਨ ਮੁੱਖਾਂ ਨੂੰ ਗਈ ਖਾਏ। ਕਹਿੰਦੇ ਹਉਮੈ ਐਸੀ ਹੈ ਔਰ ਮਮਤਾ ਮਤਲਬ ਜਿਹੜਾ ਮੋਹ, ਪਦਾਰਥਾਂ ਦਾ ਮੋਹ। ਇਹ ਮਮਤਾ ਜਿਹੜੀ ਹੈਗੀ ਆ ਮੇਰਾ ਘਰ ਆ ਮੇਰਾ ਸਰੀਰ ਆ ਮੇਰੀ ਘਰ ਵਾਲੀ, ਮੇਰੇ ਬੱਚੇ, ਮੇਰਾ ਫਲਾਨਾ, ਮੇਰਾ ਟਿਮਕਾ, ਇਹਦਾ ਅਧਿਕਾਰ ਮੈਂ। ਇਹਦਾ ਮਤਲਬ ਮੈਂ ਜਿਹੜਾ ਹੈਗਾ ਕਰਤਾ ਹੋ ਗਿਆ। ਤੇ ਇਹ ਮੋਹ ਦੇ ਨਾਲ ਮਮਤਾ ਪੈਦਾ ਹੁੰਦੀ ਆ। ਮੋਹ ਦੇ ਨਾਲ ਇਸੇ ਦੇ ਨਾਲ ਜਿਹੜੀ ਹੈਗੀ ਹਉਮੈ ਹੁੰਦੀ ਹੈ। ਹਉਮੈ ਮਮਤਾ ਮੋਹਣੀ, ਬਹੁਤ ਮੋਹਣੀ ਆ, ਮਨ ਨੂੰ ਚੰਗੀ ਲੱਗਦੀ ਆ। ਇਹਦੇ ਵਿੱਚ ਸਵਾਦ ਪਏ ਹੋਏ ਆ। ਮਨਮੁਖਾਂ ਨੂੰ ਗਈ ਖਾਏ। ਮਨਮੁਖ ਜਿਹੜੇ ਹੈਗੇ ਮਨ ਦੇ ਪਿੱਛੇ, ਜਿਹੜੇ ਮਨ ਦੇ ਅਨੁਸਾਰ ਜਿਹੜਾ ਹੈਗਾ, ਮਨ ਦੇ ਅਨੁਸਾਰ ਜੀਵਨ ਦੇ ਵਿੱਚ, ਸੰਸਾਰ ਦੇ ਵਿੱਚ ਉਹ ਕਿਰਿਆ ਕਰਦੇ ਆ। ਕਹਿੰਦੇ ਉਹਨਾਂ ਨੂੰ ਇਹ ਖਾ ਜਾਂਦੀ ਆ ਪਾਏ। ਹਉਮੈ ਮਮਤਾ ਮੋਹਣੀ ਮਨਮੁਖਾਂ ਨੂੰ ਗਈ ਖਾਏ। ਜੋ ਮੋਹ ਮਾਇਆ, ਜੋ ਮੋਹ ਦੂਜੇ ਚਿੱਤ ਲਾਇੰਦੇ ਤਿਨਾ ਵਿਆਪ ਰਹੀ ਅਧਿਕਾਏ। ਕਹਿੰਦੇ ਜੋ ਇਹ ਮੋਹ ਕਾਹਦਾ ਹੈ? ਮੋਹ ਹੋਏਗਾ ਇਹ ਹਉਮੈ ਮਮਤਾ ਕਾਹਦੀ? ਕਹਿੰਦੀ ਡੁਆਲਿਟੀ ਦੀ। ਇਹ ਜੋ ਮਾਲਕ ਨੇ ਪਾਈ ਹੋਈ ਹੈ ਮਾਇਆ, ਜੋ ਸੰਸਾਰ ਰਚਿਆ ਹੋਇਆ ਹੈ। ਆਪਾਂ ਸੋਚਦੇ ਹਾਂ ਸੰਸਾਰ ਜਿਹੜਾ ਹੈਗਾ ਇਹ ਸੱਚ ਹੈਗਾ, ਇਸੇ ਤਰੀਕੇ ਦੇ ਨਾਲ ਹੈਗਾ, ਹਮੇਸ਼ਾ ਰਹਿਣ ਵਾਲਾ ਹੈਗਾ। ਬਸ ਇਸ ਕਰਕੇ ਜਿਹੜਾ ਇਹਦੇ ਨਾਲ ਚਿੱਤ ਲਾ ਲੈਂਦੇ ਆਪਾਂ, ਤੇ ਇਹਦੇ ਨਾਲ ਚਿੱਤ ਲਾ ਲੈਂਦੇ ਤੇ ਫਿਰ ਇਹ ਕੀ ਕਰਦੀ ਆ? ਇਹ ਜਿਹੜੀ ਆ ਆਪਣਾ ਜੀਵਨ ਜਿਹੜਾ ਹੈਗਾ, ਆਪਣੇ ਸਵਾਸ ਜਿਹੜੇ ਹੈਗੇ, ਇਹ ਆਪਣੇ ਅਨੁਸਾਰ ਜਿਹੜੀ ਹੈਗੀ ਆ, ਇਹ ਮਾਇਆ ਜਿਹੜੀ ਹੈਗੀ ਆਪਣੇ ਅਨੁਸਾਰ ਜਿਹੜਾ ਹੈਗਾ ਆਪਾਂ ਨੂੰ ਆਪਣੇ ਸਵਾਦਾਂ ਦੇ ਵਿੱਚ, ਪਦਾਰਥਾਂ ਦੇ ਵਿੱਚ, ਮੈਟਰ ਦੇ ਵਿੱਚ ਲਾ ਕੇ ਔਰ ਆਪਣਾ ਜਿਹੜਾ ਹੈਗਾ ਇਹ ਪ੍ਰਾਣ ਸ਼ਕਤੀ ਜਿਹੜੀ ਚਾਂਸ ਮਿਲਿਆ ਮਨੁੱਖੀ ਜੂਨ, ਇਹਨੂੰ ਜਿਹੜੀ ਹੈਗੀ ਆ ਇਹ ਵਿਅਰਥ ਜਿਹੜੀ ਹੈਗੀ ਆ ਇਹ ਗਵਾ ਦਿੰਦੀ ਹੈ। ਇਹ ਖਾ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਹੈਗਾ ਆਪਣਾ ਜੀਵਨ ਖਾ ਜਾਂਦੀ ਹੈ। ਆਪਣੇ ਖਾਣਾ ਕੀ ਆ ਬਈ? ਆਪਣੇ ਜੀਵਨ ਤਾਂ ਵੈਸੇ ਵੀ ਜਾਣਾ ਹੀ ਆ, ਪਰ ਆਪਣੇ ਆਪਾਂ ਨੂੰ ਜਿਹੜਾ ਹੈਗਾ ਕੋਈ ਆਪਣੇ ਕੋਲ ਉਪਲਬਧੀ ਨਹੀਂ ਹੁੰਦੀ ਇਸ ਗੇਮ ਚੋਂ, ਇਸ ਜੂਨਾਂ ਚੋਂ, ਇਸ ਸੰਸਾਰ ਤੋਂ, ਪ੍ਰਕਿਰਤੀ ਦੀ ਕੈਦ ਚੋਂ ਨਿਕਲਣ ਦੇ ਵਾਸਤੇ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਇਹ ਪ੍ਰਾਣ ਸ਼ਕਤੀ, ਇਹ ਜੀਵਨ ਲਾਉਣਾ ਸੀਗਾ। ਔਰ ਸੁਖੈਨ ਜਿਹੜਾ ਹੈਗਾ ਇਹ ਗੁਰੂ ਦੀ ਆਗਿਆ ਮੰਨ ਕੇ ਬ੍ਰਹਮ ਗਿਆਨੀਆਂ ਦੀ ਧਿਆਨ ਸ਼ਬਦ ਸੁਰਤ ਦੀ ਖੇਡ ਦੇ ਨਾਲ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਅਹੰਕਾਰ, ਇਹ ਮਾਇਆ, ਇਹ ਮਮਤਾ, ਇਹ ਹਉਮੈ, ਇਸ ਚੋਂ ਆਪਾਂ ਨੇ ਨਿਕਲਣਾ ਸੀਗਾ। ਗੁਰ ਕੈ ਸ਼ਬਦੇ ਪਰ ਜਾਲੀਏ ਤਾਂ ਇਹ ਵਿੱਚੋਂ ਜਾਏ। ਕਹਿੰਦੇ ਇਹਨੂੰ ਭਾਈ ਸਾੜਨਾ ਪਊਗਾ, ਇਹ ਹਉਮੈ ਨੂੰ ਤੇ ਮਮਤਾ ਨੂੰ, ਇਹਨਾਂ ਦੇ ਉੱਤੇ ਵਰਕਆਊਟ ਕਰਨਾ ਪਊਗਾ। ਗੁਰੂ ਦੇ ਸ਼ਬਦ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ ਇਹ ਸੜ ਸਕਦੀ ਆ, ਤਾਂ ਇਹ ਵਿੱਚੋਂ ਜਾਂਦੀ ਹੈ। ਇਹੀ ਜਿਹੜੀ ਮੈਲ ਹੈਗੀ ਆ ਹਉਮੈ ਤੇ ਮਮਤਾ, ਇਹੀ ਮਨ ਨੂੰ ਮੈਲ ਚੜੀ ਹੋਈ ਹੈ। ਜਨਮਾਂ ਦਾ ਮਨ ਇਹੀ ਕਰ ਰਿਹਾ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਗਤੀ ਕਰ ਰਿਹਾ। ਜਦ ਦਾ ਸੰਸਾਰ ਬਣਾਇਆ ਸਾਰੇ ਯੁੱਗ ਲੰਘਾ ਦਿੱਤੇ ਆਪਾਂ ਨੇ, ਔਰ ਇਸੇ ਤਰੀਕੇ ਦੇ ਨਾਲ ਆਪਾਂ ਜਿਹੜੇ ਹੈਗੇ ਬਹੁਤ ਪੁਰਾਣੇ ਹੈਗੇ ਆ ਭਾਈ, ਔਰ ਇਸੇ ਤਰੀਕੇ ਦੇ ਨਾਲ ਆਪਾਂ ਜਿਹੜੇ ਹੈਗੇ ਚੱਲ ਰਹੇ ਹਾਂ। ਗੁਰ ਕੇ ਸ਼ਬਦੇ ਪਰ ਜਾਲੀਏ ਤਾਂ ਇਹ ਵਿੱਚੋਂ ਜਾਏ। ਬਸ ਹੋਰ ਕੋਈ ਤਰੀਕਾ ਨਹੀਂ ਹੈਗਾ ਇਹਦਾ। ਇਹ ਧਿਆਨ ਸਿਮਰਨ ਤੋਂ ਇਲਾਵਾ, ਸਹਿਜ ਸਮਾਧੀ ਤੋਂ ਇਲਾਵਾ, ਇਹ 3 ਗੁਣਾਂ ਤੋਂ ਨਿਕਲਣ ਦਾ ਕੋਈ ਤਰੀਕਾ ਨਹੀਂ ਹੈ। ਗੁਰ ਕੇ ਸ਼ਬਦੇ ਪਰ ਜਾਲੀਏ ਤਾਂ ਇਹ ਵਿੱਚੋਂ ਜਾਏ। ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ। ਔਰ ਤਨ ਤੇ ਮਨ ਦੋਨੋਂ ਜਿਹੜੇ ਹੈਗੇ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਔਰ ਮਨ ਜਿਹੜਾ ਹੈਗਾ
ਉਜਲਾ ਹੋ ਜਾਂਦਾ ਹੈ, ਮਨ ਦੇ ਸੰਸਕਾਰ ਘਟ ਜਾਂਦੇ ਆ, ਮਨ ਦੀ ਖਿੱਚ ਜਿਹੜੀ ਹੈਗੀ ਆ ਇਹ ਹਉਮੈ ਮਮਤਾ ਦੀ ਇਹ ਘਟ ਜਾਂਦੀ ਆ, ਅਤੇ ਫਿਰ ਨਾਮ ਜਿਹੜਾ ਹੈਗਾ ਮਨ ਦੇ ਵਿੱਚ ਵਸ ਜਾਂਦਾ ਹੈ। ਨਾਮ ਵਸ ਗਿਆ ਅਤੇ ਫਿਰ ਜਿਹੜਾ ਹੈਗਾ ਆਪਾਂ ਉਹ ਨਾਮ ਪਦਾਰਥ ਤੱਕ ਪਹੁੰਚ ਜਾਵਾਂਗੇ। ਜੇ ਆਪਣੇ ਮਨ ਦੇ ਵਿੱਚ ਨਾਮ ਵਸਿਆ ਹੀ ਨਹੀਂ, ਆਪਣੀ ਸ਼ਰਧਾ ਹੀ ਨਹੀਂ ਬਣੀ ਨਾਮ ਦੇ ਉੱਤੇ, ਆਪਣੀ ਸ਼ਰਧਾ ਹੀ ਨਹੀਂ ਬਣੀ ਗੁਰੂ ਦੇ ਸ਼ਬਦ ਦੇ ਉੱਤੇ, ਆਪਣੀ ਸ਼ਰਧਾ ਹੀ ਨਹੀਂ ਬਣੀ ਧਿਆਨ ਸਿਮਰਨ ਦੇ ਉੱਤੇ, ਅਤੇ ਭਾਈ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਇਸ ਮਨ ਨੂੰ ਮਨਾ ਸਕਦੇ ਹਾਂ? ਕਿਸ ਤਰੀਕੇ? ਮਨ ਕੋਲ ਕੰਟਰੋਲ ਆ, ਮਨ ਨੇ ਜਿਹੜਾ ਸਮਾਂ ਲਗਾਉਣਾ ਹੈ, ਮਨ ਨੇ ਜਿਹੜੀ ਪ੍ਰਾਣ ਸ਼ਕਤੀ ਲਗਾਉਣੀ। ਤਨ ਮਨ ਹੋਵੇ ਉਜਲਾ, ਨਾਮ ਵਸੇ ਮਨ ਆਏ, ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖਿ ਪਾਇਆ ਜਾਏ। ਹੋਰ ਕੋਈ ਤਰੀਕਾ ਨਹੀਂ ਹੈਗਾ। ਇਹ ਮਾਇਆ ਜਿਹੜੀ ਹੈਗੀ ਅਥਾਹ ਸ਼ਕਤੀ ਹੈ ਮਾਇਆ ਦੇ ਕੋਲ। ਮਾਇਆ ਜਿਹੜੀ ਹੈਗੀ ਇਹ ਕਿਸੇ ਵੀ ਜਗ੍ਹਾ 'ਤੇ ਜਾ ਸਕਦੀ ਆ। ਕੋਈ ਗੁਰਦੁਆਰਾ, ਮੰਦਿਰ, ਮਸਜਿਦ ਇਸ ਨੂੰ ਨਹੀਂ ਰੋਕ ਸਕਦਾ। ਮਾਇਆ ਨਾਨਕ ਧਰਤ ਪਤਾਲ ਆਕਾਸ਼, ਜਿੱਥੇ ਮਰਜੀ ਹਰ ਜਗ੍ਹਾ 'ਤੇ ਮਾਇਆ ਹੈਗੀ ਆ। ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ। ਸਿਰਫ ਮਾਇਆ ਦਾ ਮਾਰਨ ਇੱਕੋ ਹੀ ਜਿਹੜੀ ਬਾਣੀ ਬ੍ਰਹਮ ਗਿਆਨੀ ਜਿਹੜੇ ਹੈਗੇ ਉਹ ਪਰਮਾਤਮਾ ਬ੍ਰਹਮ ਗਿਆਨੀਆਂ ਦੇ ਮੁਖ ਤੋਂ, ਬ੍ਰਹਮ ਗਿਆਨੀਆਂ ਦੀ ਰਚਨਾ ਤੋਂ, ਬ੍ਰਹਮ ਗਿਆਨੀਆਂ ਦੇ ਗਿਆਨ ਤੋਂ ਆ ਕਹਿ ਰਿਹਾ ਹੈ ਪਰਮਾਤਮਾ ਬਈ ਮੈਂ ਮਾਇਆ ਦਾ ਮਾਰਨ ਨਾਮ ਹੀ ਰੱਖਿਆ, ਇਹਦੀ ਦਵਾਈ ਆਹੀ ਹੈਗੀ ਆ। ਹੋਰ ਕੋਈ ਦਵਾਈ ਮੈਂ ਨਹੀਂ ਬਣਾਈ, ਨਾ ਕਿਸੇ ਦਵਾਈ ਨੂੰ ਯੂਜ਼ ਕਰਨ ਦੇ ਨਾਲ ਇਹਨੇ ਜਿਹੜਾ ਹੈਗਾ ਨਾ ਕੋਈ ਰਹਿਤ ਮਰਿਆਦਾ, ਨਾ ਕੋਈ ਸੰਜਮ, ਸਿਰਫ ਔਰ ਸਿਰਫ ਮਾਇਆ ਕਾ ਮਾਰਨ ਹਰ ਨਾਮ ਹੈ। ਜੇ ਨਾਮ ਹੈਗਾ ਤੇ ਸੰਜਮ ਵੀ ਕੰਮ ਆਉਣਗੇ, ਤਾਂ ਮਨ ਸੰਜਮ ਦੇ ਵਿੱਚ ਰਹਿ ਸਕੇਗਾ। ਸਤ ਸੰਤੋਖ ਧੀਰਜ ਆ ਜਾਣਗੇ ਗੁਣ। ਜੇ ਆਪਾਂ ਭਗਤੀ ਕਰਾਂਗੇ, ਧਿਆਨ ਸਿਮਰਨ ਕਰਾਂਗੇ ਔਰ ਗੁਰੂ ਦੇ ਅਨੁਸਾਰ ਜਿਹੜਾ ਹੈ ਗੁਰਮੁਖ ਸਿਸਟਮ ਦੇ ਵਿੱਚ ਗੁਰੂ ਦੇ ਅਨੁਸਾਰ ਜਿਹੜੇ ਹੈਗੇ ਇਹ ਜਿਹੜੇ ਜੀਵਨ ਨੂੰ ਚਲਾਵਾਂਗੇ। ਆਇਆ ਜੀਵਨ ਜਾਚ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨੱਜਰ ਸਾਹਿਬ। ਕੱਲ ਦੀ ਜਿਹੜੀ ਵਿਚਾਰ ਸੀ ਸਾਧ ਸੰਗਤ ਜੀ ਆਪ ਜਾਣਦੇ ਜੋ ਕਿ ਮਾਇਆ ਦਾ ਮੋਹ ਹੈ ਤੇ ਫਿਰ ਪ੍ਰੇਤ ਆ। ਪ੍ਰੇਤ ਦਾ ਮਤਲਬ ਭੂਤ ਪ੍ਰੇਤ, ਕਾਮ ਕ੍ਰੋਧ ਅਹੰਕਾਰ। ਇਹ ਬੰਦਾ ਇਹਨਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ। ਹਰ ਇੱਕ ਚੀਜ਼ 'ਚ ਹੰਕਾਰ ਹੈ। ਛੋਟਾ ਜਿਹਾ ਕੀੜਾ ਵੀ ਵੇਖੋ ਉਹ ਵੀ ਹਉਮੈ 'ਚ ਬੈਠਾ ਹੈ। ਗਰੀਬ ਬੰਦਾ ਹੈਗਾ ਜੇ ਉਹਦੇ 'ਚ ਵੀ ਹੰਕਾਰ ਹੈਗਾ ਜੇ, ਉਹਦਾ ਕੁਝ ਹੋਰ ਹੰਕਾਰ ਕਿਸਮ ਦਾ ਹੈ। ਹਰ ਇੱਕ ਹੰਕਾਰ 'ਚ ਬੈਠਾ। ਤੇ ਅੱਜ ਦੇਖੋ ਫਿਰ ਉਹ ਬਾਣੀ 'ਚ ਸਮਝਾ ਰਹੇ ਨੇ ਕਿ ਹਉਮੈ ਮਮਤਾ ਮੋਹਣੀ ਮਨਮੁਖ ਨੌ ਗਈ ਖਾਏ। ਮਨਮੁਖਾਂ ਨੂੰ ਖਾ ਲੈਂਦੀ ਹੈ। ਮਨਮੁਖ ਜਿਹੜੇ ਆਪਣੀ ਮਨ ਦੀ ਸੁਣਦੇ ਆ, ਮਨ ਦੇ ਉੱਪਰ ਕੁਐਸਚਨ ਮਾਰਕ ਨਹੀਂ ਕਰਦੇ ਕਿ ਸਾਡਾ ਜੋ ਮਨ ਹੈ, ਬਾਣੀ ਦੀ ਕਹਿੰਦੀ ਹੈ ਕਿ ਬੱਚਾ ਹੈ। ਇੱਕ ਦੋ ਚੰਗੀ ਵੀ ਕਰਦਾ ਤੇ ਗੜਬੜ ਵੀ ਕਰਦਾ, ਤੇ ਜੇਕਰ ਸਹੀ ਕਰਦਾ ਚਲੋ ਠੀਕ ਹੈ, ਪਰ ਇਹਦੀ ਜਿਹੜੀ ਵੀ ਇਹਦੀ ਇੱਛਾ ਹੈਗੀ ਆ ਤੁਸੀਂ ਉਹਤੇ ਕੁਐਸਚਨ ਮਾਰਕ ਕਰੋ, ਸਵਾਲ ਕਰੋ ਇਹਦੇ ਤੋਂ ਕਿ ਇਹ ਜੋ ਕਹਿ ਰਿਹਾ ਹੈ ਰੈਲੀ ਉਹ ਕਰਨਾ ਜ਼ਰੂਰੀ ਹੈ, ਕਿਤੇ ਗੈਰ ਜ਼ਰੂਰੀ ਕੰਮ ਤੇ ਨਹੀਂ ਤੁਹਾਡੇ ਤੋਂ ਕਰਵਾ ਰਿਹਾ। ਕਿਉਂਕਿ ਗੈਰ ਜ਼ਰੂਰੀ ਕਰਾਊਗਾ ਤੇ ਫਿਰ ਕਹਿੰਦੇ ਆ ਕਿ ਜਿੱਦਾਂ ਦਾ ਜੀਵਨ ਬੀਜੋਗੇ ਉਦਾਂ ਦਾ ਹੀ ਤੁਹਾਨੂੰ ਕੱਟਣਾ ਪੈਣਾ, ਉਹਦੇ ਵਿੱਚ ਤੁਹਾਡੇ ਕੋਲ ਜ਼ਿਆਦਾ ਆਪਸ਼ਨ ਨਹੀਂ ਬਚਣੇ। ਠੀਕ ਹੈ ਜੀ। ਇੱਥੇ ਕਹਿੰਦੇ ਨੇ ਕਿ ਮਮਤਾ ਜਿਹੜੀ ਹੈ, ਮਮਤਾ ਮੋਹਣੀ ਤੇ ਕੀ ਕਰਦੀ ਹੈ? ਮੋਹ ਹੈ। ਉਹ ਮਤਲਬ ਹੌਲੀ ਹੌਲੀ ਕਰਕੇ ਸਾਡਾ ਜਿਹੜਾ ਜੀਵਨ ਆ ਉਹਨੂੰ ਖਾ ਜਾਂਦੀ ਹੈ। ਔਰ ਇਹ 9 ਦਰਵਾਜ਼ੇ ਜਿਹੜੇ ਹੈਗੇ ਆ, ਜਿਹੜਾ 9 ਦਰਵਾਜ਼ਿਆਂ 'ਚ ਆਪਾਂ ਗਤੀ ਕਰਦੇ ਹਾਂ, ਤੇ 10ਵਾਂ ਗ੍ਰੰਥ ਸਾਹਿਬ 'ਚ ਲਿਖਿਆ ਕਿ ਗੁਪਤ ਹੈਗਾ। ਕਹਿਣ ਤੋਂ ਭਾਵ ਹੈ ਕਿ 9 ਦਰਵਾਜ਼ੇ ਜਿਹੜੇ ਆ ਉਹ ਸੰਸਾਰ ਦੇ ਨੇ ਔਰ ਸੰਸਾਰ ਦੇ ਨਾਲ ਜੁੜੇ ਨੇ। ਜਿਹੜਾ 10ਵਾਂ ਗੁਪਤ ਆ ਉਹ ਕੋਈ ਦਰਵਾਜ਼ਾ ਨਹੀਂ ਹੈਗਾ, ਉਹ ਜਸਟ ਸਮਝਾਉਣ ਦਾ ਤਰੀਕਾ ਹੈ। ਹੁਣ ਘਰਾਂ ਨੂੰ ਤਾਂ ਆਪਾਂ ਕਹਿ ਸਕਦੇ ਹਾਂ ਕਿ ਦਰਵਾਜ਼ੇ ਹੈਗੇ, ਬੂਹੇ ਲੱਗੇ, ਪਰ ਸਰੀਰ ਨੂੰ ਕੇਵਲ ਸਮਝਾਉਣ ਦਾ ਤਰੀਕਾ ਕਿ ਜਿੱਥੇ ਬੰਦਾ ਜ਼ਿਆਦਾ ਭੜਕਦਾ ਹਨਾ। ਤੇ ਇੱਥੇ ਜਿਹੜਾ 10ਵਾਂ ਦਰਵਾਜ਼ਾ ਹੈ ਉਹ ਤੁਹਾਡੀ ਆਤਮਾ ਹੈ, ਤੇ ਆਤਮਾ ਦੇ ਵਿੱਚ ਜਿਹੜਾ ਪਹੁੰਚਣਾ ਹੈ ਉਹ ਸਭ ਤੋਂ ਉੱਪਰ ਹੈ। ਜੇਕਰ ਬੰਦਾ 9 ਦਰਵਾਜ਼ਿਆਂ ਦੇ ਵਿੱਚ ਘੁੰਮ ਕੇ ਆਪਣਾ ਜੀਵਨ ਬਤੀਤ ਕਰ ਲੈਂਦਾ ਹੈ ਤੇ ਉਹ ਕਹਿੰਦੇ ਮਾਇਆ ਦੇ ਮੋਹ 'ਚ ਇਹਨੇ ਆਪਣਾ ਜੀਵਨ ਬਤੀਤ ਕਰ ਲਿਆ।
ਜਿਹੜੀ ਚੀਜ਼ ਗੁਪਤ ਆ ਉਹਨੂੰ ਨਹੀਂ ਜਾਣਿਆ। ਮਨੁੱਖਾ ਜੀਵਨ ਜਿਹੜਾ ਉਹਦਾ ਸਭ ਤੋਂ ਵੱਡਾ ਕੰਮ ਆ ਕਿ ਤੁਸੀਂ ਆਤਮਾ ਨੂੰ ਜਾਣਨਾ ਹੈ। ਆਤਮਾ ਦਸਮ ਦਵਾਰ 'ਚ ਬੈਠੀ ਹੈ। ਇਹ ਦਰਵਾਜ਼ੇ ਜਿਹੜੇ ਨੇ ਇਹ ਤੁਹਾਡੇ ਸੰਸਾਰ ਦੇ ਲਈ ਠੀਕ ਨੇ। ਜੇਕਰ ਆਪ ਨੇ ਅਪਰਾ ਵਿਦਿਆ ਲੈਣੀ ਹੈ ਤੇ ਉਹਦੇ ਲਈ ਵੀ ਸਹੀ ਨੇ। ਪਰਾ ਵਿਦਿਆ ਜਿਹੜੀ ਹੈ ਉਹ ਆਤਮਾ ਦਾ ਗਿਆਨ ਹੈ ਤੇ ਉਹਦੇ ਲਈ ਤੇ ਬਈ ਤੁਹਾਨੂੰ ਆਪਣੀ ਸੁਰਤੀ ਨੂੰ ਆਪਣੇ ਅੰਦਰ ਲੈ ਕੇ ਜਾਣਾ ਪਵੇਗਾ ਤੇ ਜਿਹੜੀ ਵਸਤੂ ਹੈ ਜਿਹੜੀ ਤੁਹਾਡੇ ਅੰਦਰ ਲੁਕਾ ਕੇ ਰੱਖੀ ਹੈ ਉਹਨੂੰ ਲੱਭਣਾ ਹੈ। ਔਰ ਉਹਨੂੰ ਲੱਭਣ ਦਾ ਤਰੀਕਾ ਬਾਣੀ 'ਚ ਲਿਖਿਆ ਹੈ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋੜ ਨਾ ਆਵੇ। ਠੀਕ ਹੈ ਜੀ, ਕੋਈ ਔਖਾ ਕੰਮ ਨਹੀਂ ਹੈ, ਸਿੰਪਲ ਜਿਹਾ ਕੰਮ ਹੈ। ਗੁਰੂ ਨਾਨਕ ਪਾਤਸ਼ਾਹ ਜੀ ਪਹਿਲੀ ਪਾਤਸ਼ਾਹ ਜੀ ਸਾਨੂੰ ਚੰਗੀ ਤਰ੍ਹਾਂ ਸਮਝਾ ਗਏ ਨੇ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋੜ ਨਾ ਆਵੇ। ਜਿਹੜਾ ਵਿਚਾਰਾਂ ਨੂੰ ਮਾਰਦਾ ਹੈ ਉਹ ਆਪ ਵੀ ਤੈਰਨਾ ਸਿੱਖ ਲੈਂਦਾ ਹੈ ਤੇ ਉਸ ਤੋਂ ਬਾਅਦ ਫਿਰ ਦੂਜਿਆਂ ਨੂੰ ਵੀ ਮਾਰਗ ਦੱਸ ਸਕਦਾ ਹੈ। ਫਿਰ ਜੋ ਬੰਦਾ ਵਿਚਾਰ ਮਾਰ ਲੈਂਦਾ ਹੈ ਫਿਰ ਉਹਨੂੰ ਕੀ ਹੋਵੇਗਾ, ਉਹ ਕਹਿੰਦੇ ਭਵ ਸਾਗਰ ਤੋਂ ਪਾਰ ਲੰਘ ਜਾਏਗਾ, ਉਹ ਉਲਟ ਜੋੜ ਨਹੀਂ ਆਏਗਾ। ਐਸੀ ਮਰਨੀ ਜੋ ਮਰੇ ਬੌੜ ਨਾ ਮਰਨਾ ਹੋਵੇ। ਐਸਾ ਮਰਨਾ ਜ਼ਰੂਰੀ ਹੈ, ਉਹ ਹੈ ਤੁਹਾਡੀ ਇੱਛਾ ਦਾ ਮਰ ਜਾਣਾ। ਜਿੰਨਾ ਚਿਰ ਤੱਕ ਇੱਛਾ ਨਹੀਂ ਨਾ ਮਰਦੀ ਤੁਸੀਂ ਗਤੀ ਕਰੋਗੇ, ਕੋਈ ਰੋਕ ਨਹੀਂ ਸਕਦਾ, ਕਿਉਂਕਿ ਤੁਸੀਂ ਟਿਕਟ ਖਰੀਦ ਕੇ ਜਾਂਦੇ ਜੋ। ਹਰ ਕੋਈ ਬੰਦਾ ਨਾ ਆਪਾਂ ਅਗਲੇ ਜੀਵਨ ਦਾ ਸਾਡਾ ਕਿੱਦਾਂ ਦਾ ਜੀਵਨ ਹੋਊਗਾ, ਤੁਸੀਂ ਆਪਣੇ ਭੂਤਕਾਲ ਤੇ ਨਜ਼ਰ ਮਾਰੋ, ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਮੇਰੇ ਕੋਲ ਕੀ ਸਮਾਨ ਹੈਗਾ, ਮੈਂ ਕਿੱਥੋਂ ਦੀ ਟਿਕਟ ਖਰੀਦੀ ਹੈ। ਜੇ ਤੇ ਤੁਸੀਂ ਸਤੋਗੁਣ ਜੀਵਨ ਬਤੀਤ ਕੀਤਾ ਹੈ, ਤੁਸੀਂ ਲੋਕਾਂ ਦੀ ਮਦਦ ਕੀਤੀ ਹੈ, ਭਲਾਈ ਦੇ ਕੰਮ ਕੀਤੇ ਹੈ, ਨੈਚੁਰਲੀ ਤੁਹਾਨੂੰ ਉੱਚੀ ਜੂਨੀ ਮਿਲੇਗੀ, ਸੁੱਖ ਮਿਲ ਜਾਏਗਾ। ਤੇ ਜੇ ਤੁਸੀਂ ਉਸ ਜੀਵਨ 'ਚ ਨਹੀਂ ਜਾ ਪਾਉਂਦੇ, ਹੇਠਲੀ ਜੂਨੀ 'ਚ ਜਾਂਦੇ ਜੋ, ਤੇ ਉਹਦੇ ਲਈ ਤੁਸੀਂ ਆਪਣੇ ਕਰਮ ਵੇਖ ਲਓ। ਜਿਹੜੇ ਕਰਮ ਤੁਸੀਂ ਬੀਜਣੇ ਆ ਨਾ ਫਲ ਉਹਨਾਂ ਨੂੰ ਹੀ ਲੱਗਣਾ। ਤੇ ਇਸ ਕਰਕੇ ਦੂਜਾ ਬੰਦਾ ਸਾਡੇ ਬਾਰੇ ਕੀ ਦੱਸ ਸਕਦਾ ਹੈ, ਇਹ ਫੈਸਲਾ ਸਾਡਾ ਆਪਣਾ ਹੋਣਾ ਚਾਹੀਦਾ। ਗੁਰਕੀ ਸਾਹਿਬ ਇਹ ਮਾਇਆ ਇੱਕ ਜਿਹੜਾ ਨਾ ਆਪਾਂ ਆ ਜਿਹੜਾ ਹੁਣ ਦਾ ਜੀਵਨ ਆਪਾਂ ਇਸ ਟਾਈਮ ਗੁਜ਼ਾਰ ਰਹੇ ਹਾਂ ਗੁਰਕੀ ਸਾਹਿਬ, ਇਹ ਵੀ ਜਿਹੜਾ ਹੈਗਾ ਆਪਣੇ ਪਿਛਲੇ ਜੀਵਨ ਦਾ ਹੀ ਨਤੀਜਾ ਹੈਗਾ। ਪਿੱਛੇ ਜੇ ਆਪਾਂ ਚੇਂਜ ਕਰ ਲਵਾਂਗੇ, ਜੇ ਹੁਣ ਚੇਂਜ ਕਰ ਲਵਾਂਗੇ ਤੇ ਆਟੋਮੈਟਿਕਲੀ ਜਿਹੜਾ ਹੈਗਾ ਅੱਗੇ ਵੀ ਤੇ ਪ੍ਰੈਜ਼ੈਂਟ ਦੇ ਵਿੱਚ ਵੀ ਜਿਹੜਾ ਹੈਗਾ ਆਪਾਂ ਬਦਲ ਜਾਵਾਂਗੇ। ਹਾਂਜੀ ਨਿੱਜਰ ਸਾਹਿਬ, ਇਹਦੇ ਨਾਲ ਤੁਹਾਡਾ ਭੂਤਕਾਲ ਬਦਲ ਜਾਣਾ ਹੈ। ਹਾਂ ਆਪ ਨਿੱਜਰ ਸਾਹਿਬ ਇਹ ਦੇਖੋ ਨਾ, ਮੈਂ ਹੁਣ ਮੰਨ ਲਓ ਕਿ 50 ਸਾਲ ਤੋਂ ਗੱਡੀ ਗਲਤ ਜਗ੍ਹਾ ਤੇ ਚਲਾ ਰਿਹਾ ਤੇ ਜਦੋਂ ਮੈਨੂੰ ਮੰਜ਼ਿਲ ਦਾ ਪਤਾ ਲੱਗ ਗਿਆ ਤੇ ਡਾਇਰੈਕਸ਼ਨ ਤੇ ਉਦੋਂ ਹੀ ਬਦਲ ਗਈ। ਬਿਲਕੁਲ ਬਦਲ ਗਈ। ਸਫ਼ਰ ਤੇ ਹੈ ਨਹੀਂ ਹੈ, ਸਫ਼ਰ ਕਿਹੜਾ ਦੂਰ ਹੈ, ਅੰਦਰ ਤੇ ਜਾਣਾ ਹੈ। ਇਹ ਥੋੜੀ ਕਿ ਉਹ ਲੋਕੀ ਪਤਾ ਨਹੀਂ ਕਹੀ ਜਾਂਦੇ ਪਤਾ ਨਹੀਂ ਕਿੰਨੇ ਜਨਮ ਭਗਤੀ ਕਰਨੀ ਪਊਗੀ ਤੇ ਫਿਰ ਜਾ ਕੇ ਉੱਥੇ ਤੁਹਾਡਾ ਪ੍ਰਮਾਤਮਾ ਦੇ ਨਾਲ ਮਿਲਣ ਹੋਊਗਾ। ਆਪ ਜੇ ਤਾਂ ਸੋਚੋ ਕਿ ਏਦਾਂ ਦੀ ਤੇ ਕਿਤੇ ਬਾਣੀ 'ਚ ਕਿਤੋਂ ਵੀ ਨਹੀਂ ਆਉਂਦੀ। ਸੱਤਵੇਂ ਅਸਮਾਨ ਤੇ ਕੋਈ ਸੱਤਵੇਂ ਅਸਮਾਨ ਤੱਕ ਪਹੁੰਚਣਾ ਹੈ। ਹਾਂ ਕੁਛ ਲਿਖਿਆ ਇੱਥੇ, ਉਹ ਕਹਿੰਦੇ ਜੀ ਉੱਥੇ ਤੁਹਾਡੀ ਆਤਮਾ ਦੇ ਵਿੱਚ ਇੰਨਾ ਸੂਰਜ ਪੈਦਾ ਹੋ ਜਾਊਗਾ, ਅਗਲੇ ਬੰਨੇ ਬੜਾ ਹਨੇਰਾ ਵਾ। ਉਹ ਬੰਦਾ ਪੁੱਛੇ ਜਿੰਨਾ ਮਰਜ਼ੀ ਹਨੇਰਾ ਹੈ, ਆਤਮਾ ਉੱਥੇ ਕੋਈ ਗੱਡੀ ਲੈ ਕੇ ਜਾ ਰਹੀ ਹੈ ਜਿੰਨਾ ਮਰਜ਼ੀ ਰਾਤ ਨੂੰ ਹਨੇਰਾ ਹੋਵੇ, ਪ੍ਰਕਾਸ਼ ਤੇ ਉਨਾ ਹੀ ਬੜਾ ਹੁੰਦਾ ਜਿੰਨਾ ਕਿ ਤੁਹਾਨੂੰ ਲੋੜ ਹੈ ਗੱਡੀ ਤੇ ਸਾਹਮਣੇ ਦਿਖਣ ਵਾਸਤੇ। 100 200 400 ਫੁੱਟ ਤੱਕ 500 ਮੀਟਰ ਤੱਕ ਤੁਹਾਨੂੰ ਦਿਖ ਜੇ ਤੇ ਬਸ ਬਹੁਤ ਵਧੀਆ, ਤੁਸੀਂ ਵਧੀਆ ਡਰਾਈਵ ਕਰ ਸਕਦੇ ਜੋ। ਅੱਗੇ ਹਨੇਰਾ ਜਦੋਂ ਆਪਾਂ ਗਾਂਹ ਤੁਰਾਂਗੇ ਇਹ ਪ੍ਰਕਾਸ਼ ਫੇਰ ਕੰਮ ਆ ਜਾਊਗਾ। ਸੋ ਇਹ ਗੱਲਾਂ ਬਾਤਾਂ ਨੇ, ਬਾਣੀ 'ਚ ਏਦਾਂ ਦੀ ਕੋਈ ਗੱਪ ਤੇ ਨਹੀਂ ਮਾਰੀ ਗਈ ਤੇ ਨਾ ਹੀ ਕਲਪਨਾ ਦੀ ਗੱਲ ਕੀਤੀ ਹੈ। ਬਾਣੀ ਸਿੰਪਲ ਜੀ ਗੱਲ ਕਰਦੀ ਹੈ ਕਿ ਜਿੱਥੇ ਤੂੰ ਹੈਗਾ ਤੂੰ ਉੱਥੇ ਆਲਰੇਡੀ ਪਹੁੰਚਿਆ ਹੈ। ਤੂੰ ਜਿਹਨੂੰ ਬਹੁਤ ਦੂਰ ਸਮਝਦੇ ਆ ਨਾ ਉਹ ਬਹੁਤ ਤੇਰੇ ਕਰੀਬ ਆ। ਤੈਨੂੰ ਕੇਵਲ ਆਪਣੀ ਜਿਹੜੀ ਸੁਰਤੀ ਆ, ਤੇਰੀ ਸੁਰਤੀ ਕੀ ਕਰ ਰਹੀ ਆ, ਪਦਾਰਥਾਂ ਦੇ ਭੋਗਾਂ ਵਿੱਚ ਬਾਹਰ ਜਾ ਰਹੀ ਹੈ ਔਰ ਤੂੰ ਅੱਖਾਂ ਬੰਦ ਕਰਕੇ ਇਹਨੂੰ ਅੰਤਰਮੁਖੀ ਕਰ ਲੈ ਬਸ। ਬਾਕੀ ਆਟੋਮੈਟਿਕਲੀ ਕੰਮ ਹੋ ਜਾਣਾ ਹੈ, ਕੁਛ ਕਰਨ ਦੀ ਲੋੜ ਨਹੀਂ। ਇਹ ਲੋਕੀ ਤੁਹਾਨੂੰ ਉੱਚੀ ਉੱਚੀ ਕਹਿੰਦੇ ਨੇ ਵਾਹਿਗੁਰੂ ਦਾ ਜਾਪ ਕਰੋ। ਇਹ ਕਬੀਰ ਸਾਹਿਬ ਨੇ ਵੀ ਕਿਹਾ ਸੀ ਕਿ ਕਿਹਾ ਹੈ ਕਿ ਪਤਾ ਨਹੀਂ ਫਰੀਦ ਸਾਹਿਬ ਨੇ ਕਿਹਾ ਸੀ ਕਿ ਅੱਲਾ ਬਹਿਰਾ ਹੈ। ਰਾਮ ਨਾ ਬਹਿਰਾ ਹੋਏ। ਬਿਲਕੁਲ ਹਾਂ ਉਹ ਬਹਿਰਾ, ਉਹ ਤੂੰ ਉੱਥੇ ਕੋਠੇ ਚੜ ਕੇ ਉੱਥੇ ਰੌਲਾ ਪਾਈ ਜਾਂਦਾ, ਚੀਕਾਂ ਮਾਰੀ ਜਾਂਦਾ ਹੈ ਤੇ ਉਹ ਕਹਿੰਦੇ ਨਹੀਂ, ਕਬੀਰ ਸਾਹਿਬ ਨੇ ਕਿਹਾ ਸੀ ਪਰਮਾਤਮਾ ਨੂੰ। ਹਾਂ ਕਬੀਰ ਸਾਹਿਬ ਨੇ ਕਿਹਾ ਕਿਉਂਕਿ ਪ੍ਰਮਾਤਮਾ ਤੇ ਕੀੜੀ ਦੀ ਵੀ ਉਹ ਬਾਣੀ ਕਹਿੰਦੀ ਕੀ ਚੀਟੀ ਕੂਚਲ ਤੇ ਅਸਥੂਲਾ ਸਭ ਪਰ ਦ੍ਰਿਸ਼ਟੀ ਕਰ ਫੂਲਾ, ਹਨਾ ਛੋਟੀ ਕੀੜੀ ਤੇ ਹਾਥੀ ਤੇ ਉਹਦੇ ਜੋ ਕੋਈ ਭੇਦ ਨਹੀਂ ਹੈਗਾ ਪ੍ਰਮਾਤਮਾ ਦੀ ਨਜ਼ਰ 'ਚ। ਇਹ ਆਪ ਜਸਟ ਸੋਚੋ। ਮੈਂ ਤਾਂ ਅੱਜ ਬੈਠਾ ਸੋਚਣ ਦਿਆ ਸੀ ਕਿ ਕਹਿੰਦੇ ਕਿ ਜਿਹੜਾ ਬੈਕਟੀਰੀਆ ਉਹ ਵੀ ਸੋਚਦਾ ਹੈ, ਉਹਦੇ ਅੰਦਰ ਵੀ ਜਿੰਦਾ ਰਹਿਣ ਦੀ ਸ਼ਕਤੀ ਹੈ।
ਆਪ ਜਸਟ ਸੋਚੋ ਕਿ ਕਿੰਨੀ ਪਾਵਰਫੁਲ ਸ਼ਕਤੀ ਹੋ ਨਿੱਜਰ ਸਾਹਿਬ। ਬਿਲਕੁਲ। ਆਪਾਂ ਤੇ ਉਹਨਾਂ ਛੋਟੀ ਚੀਜ਼ ਬਣਾਉਣ ਤੋਂ ਵੀ ਅਸਮਰੱਥ ਆ, ਤੇ ਉਹ ਉਸ ਚੀਜ਼ ਦੇ ਵਿੱਚ ਜਿਹੜੇ ਜੀਵਾਣੂ ਨੇ, ਆਪ ਜਸਟ ਦੇਖੋ ਦਹੀਂ ਦੇ ਵਿੱਚ ਕਿੰਨੇ ਹੁੰਦੇ ਨੇ ਜਿਹੜੇ ਚੰਗੇ ਜੀਵਾਣੂ, ਉਹ ਵੇਖੋ ਕਿੱਦਾਂ ਕੁਰਬਲ ਕੁਰਬਲ ਕਰਦੇ, ਸਭ ਜਿੰਦਾ ਨੇ। ਉਹਨਾਂ ਦੇ ਵਿੱਚ ਵੀ ਆਤਮਾ ਹੈਗੀ। ਜੀ ਆਤਮਾ ਵੱਡੀਆਂ ਗੱਲਾਂ ਆਪਾਂ ਉੱਥੋਂ ਤੱਕ ਨਹੀਂ ਜਾਂਦੇ, ਨਾ ਸਾਡੇ ਵਾਦ ਦੀ ਗੱਲ ਹੈ, ਕਿਉਂਕਿ ਔਖਾ ਕਰਨਾ। ਆ ਜਾਈਏ ਵਾਪਸ ਬਾਣੀ ਤੇ। ਬਾਣੀ ਕਹਿੰਦੀ ਹੈ ਕਿ ਹਉਮੈ ਜਿਹੜੀ ਮਮਤਾ ਹੈ, ਮਮਤਾ ਦਾ ਮਤਲਬ ਹੁੰਦਾ ਹੈ, ਮਮਤਾ ਦੇ ਵਿੱਚ ਇੱਕ ਅਲੱਗ ਚੀਜ਼ ਹੁੰਦੀ ਹੈ, ਉਹ ਮੋਹ ਆ ਜਾਂਦਾ ਹੈ। ਤੇ ਫਿਰ ਉਹ ਫਿਰ ਬੰਦੇ ਦੀ ਸੋਚ ਬਦਲ ਜਾਂਦੀ ਹੈ। ਤੇ ਮਨਮੁਖ ਦੀ ਗੱਲ ਕੀਤੀ ਹੈ, ਮਨਮੁਖ ਜਿਹੜੇ ਹੁੰਦੇ ਆ ਇਹਨਾਂ ਨੂੰ ਖਾ ਜਾਂਦੀ ਹੈ, ਮੋਹ ਦੇ ਵਿੱਚ ਫਸਾ ਲੈਂਦੀ ਬੰਦੇ ਨੂੰ। ਤੇ ਅਗਲੇ ਬੰਨੇ ਵੇਖੋ, ਅਗੀ ਤੋਂ ਬੋਲੋ, ਜੋ ਮੋਹ ਦੂਜੇ ਚਿੱਤ ਲਾਇਂਦੇ ਤਿਨਾ ਵਿਆਪ ਰਹੀ ਲਪਟਾਏ। ਉਹਨਾਂ ਨੂੰ ਲਿਪਟੀ ਹੋਈ ਆ ਪੂਰੀ ਤਰ੍ਹਾਂ, ਉਹਨਾਂ ਨੂੰ ਲਿਪਟ ਕੇ ਖਾਂਦੀ ਹੈ। ਹਾਂਜੀ ਵੀਰ ਜੀ। ਹਾਂ, ਜਿਹੜੇ ਪ੍ਰਮਾਤਮਾ ਨੂੰ ਛੱਡ ਦਿੰਦੇ ਨੇ ਤੇ ਉਧਰ ਉਧਰ ਭਟਕਦੇ ਫਿਰਦੇ ਨੇ, ਫਿਰ ਕਹਿੰਦੇ ਉਹਨਾਂ ਨੂੰ ਖਾ ਜਾਂਦੀ। ਉਹਨਾਂ ਦੇ ਘਰੋਂ ਜਾਂਦੀ ਨਹੀਂ, ਉਹਨਾਂ ਦੇ ਘਰ ਡੇਰਾ ਲਾ ਲੈਂਦੀ ਉਹ। ਬਿਲਕੁਲ। ਔਰ ਫਿਰ ਉਹਨਾਂ ਦਾ ਜੀਵਨ ਨਸ਼ਟ ਕਰਕੇ ਸਭ ਕੁਛ ਉਹਨਾਂ ਦਾ ਜਿਹੜਾ ਉਹਨਾਂ ਦਾ ਸਰੀਰ ਹੈ ਉਹ ਖਾ ਜਾਂਦੀ ਹੈ। ਹੌਲੀ ਹੌਲੀ ਕਰਕੇ ਸਰੀਰ ਨੂੰ ਗਲ ਦਿੰਦਾ ਹੈ। ਬਿਲਕੁਲ। ਸਮਾਂ ਕਿੰਨਾ ਪਾਵਰਫੁਲ ਹੈ, ਤੁਸੀਂ ਵੇਖੋ। ਪਹਿਲਾਂ ਕਿੰਨਾ ਵਜਨ ਚੁੱਕ ਲੈਂਦੇ ਸੀ, ਹੁਣ ਤੁਸੀਂ ਉਹਨਾਂ ਵਜਨ ਨਹੀਂ ਚੁੱਕ ਸਕਦੇ, ਨਾ ਤੁਸੀਂ ਉਹਨਾਂ ਕੰਮ ਕਰ ਸਕਦੇ, ਕਿਉਂਕਿ ਸਰੀਰ ਦੀ ਸ਼ਕਤੀ ਜਿਹੜੀ ਲਿਮਟਿਡ ਹੋ ਗਈ ਹੈ। ਇੱਕ ਸਮਾਂ ਸੀ ਸਰੀਰ ਤਾਂ ਨੂੰ ਚੜ੍ਹਦਾ ਸੀ, ਕਿੱਦਾਂ ਵੇਖੋ ਔਰਤ ਤੇ ਖੂਬਸੂਰਤੀ ਆਉਂਦੀ ਹੈ, ਕਿੱਡੀ ਸੌੜੀ ਹੋ ਜਾਂਦੀ ਹੈ। ਤੇ ਇੱਕ ਸਮਾਂ ਆਉਂਦਾ ਉਹਦੀ ਖੂਬਸੂਰਤੀ ਥੱਲੇ ਨੂੰ ਜਾ ਜਾਂਦੀ ਹੈ, ਫਿਰ ਉਹ ਬੜੀ ਕੋਸ਼ਿਸ਼ ਕਰਦੀ ਹੈ ਉਹਨੂੰ ਬੈਕਅਪ ਕਰਨ ਦੀ, ਪਰ ਕੋਈ ਸੋਰਸ ਹੀ ਨਹੀਂ ਹੈਗਾ। ਵੇਖੋ ਉਹ ਨਿੱਜਰ ਸਾਹਿਬ, ਇੱਕ ਟਾਈਮ ਹੁੰਦਾ ਗ੍ਰਾਫ ਉੱਪਰ ਨੂੰ ਜਾਂਦਾ ਹੈ, ਤੇ ਕਿੱਦਾਂ ਉਹ ਮਤਲਬ ਹੁਣ ਉਹਦੀ ਵੈਲਿਊ ਵੱਧ ਗਈ, ਪਰ ਇੱਕ ਸਮਾਂ ਆਉਂਦਾ ਫਿਰ ਵੇਖੋ ਗ੍ਰਾਫ ਥੱਲੇ ਆਉਂਦਾ। ਕੁਦਰਤੀ ਨਿਯਮ ਹੈ, ਚਾਹੇ ਮਰਦ ਹੈ ਔਰਤ ਹੈ। ਇੱਕ ਸਮਾਂ ਆਉਂਦਾ ਤੁਹਾਡੇ ਤੇ ਜਵਾਨੀ ਆਈ ਜਾਂਦੀ, ਜਵਾਨੀ ਦਾ ਰੂਪ ਚੜ੍ਹਦਾ ਜਾਂਦਾ। ਫਿਰ ਇੱਕ ਸਮਾਂ ਆਉਂਦਾ ਜਦੋਂ ਮੈਕਸੀਮਮ ਚੱਲ ਜਾਂਦੀ ਹੈ, ਫਿਰ ਥੱਲੇ ਆਉਣਾ ਸ਼ੁਰੂ ਹੋ ਜਾਂਦੀ ਹੈ। ਤੇ ਇਹੋ ਹੀ ਮਾਇਆ, ਹੋਰ ਮਾਇਆ ਕੀ ਹੈ? ਬੰਦਾ ਇਹਨਾਂ ਚੱਕਰਾਂ 'ਚ ਘੁੰਮਦਾ ਰਹਿੰਦਾ ਤੇ ਆਪਣਾ ਸਮਾਂ ਬਰਬਾਦ ਕਰਦਾ ਹੈ। ਖਾਸ ਕਰਕੇ ਮਨਮੁਖ ਤੇ ਕਹਿੰਦੇ ਬਹੁਤ ਜ਼ਿਆਦਾ ਇਹਦਾ ਅਸਰ ਹੁੰਦਾ ਹੈ, ਕਿਉਂਕਿ ਉਸਨੇ ਪ੍ਰਮਾਤਮਾ ਨੂੰ ਛੱਡ ਕੇ ਉਸਨੇ ਕਿਸੇ ਹੋਰ ਨਾਲ ਫਰੈਂਡਸ਼ਿਪ ਕਰ ਲਈ, ਕਿਸੇ ਮਾਇਆ ਦੇ ਨਾਲ ਦੋਸਤੀ ਕਰ ਲਈ। ਅਗਲੀ ਤੁਕ ਬੋਲੋ ਨਿੱਜਰ ਸਾਹਿਬ। ਇਹਦੇ ਵਿੱਚ ਨਾ ਗੋਰਖੀ ਸਾਹਿਬ ਫਰੀਦ ਜੀ ਕਹਿੰਦੇ ਆ, ਫਰੀਦ ਜੀ ਦਾ ਸ਼ਲੋਕ ਹੈਗਾ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਓਮ ਅੱਜ ਫਰੀਦੇ ਕੂਜੜਾ ਸਹਿ ਕੋਹਾ ਥਿਓਮ। ਕਹਿੰਦੇ ਇਹਨੇ ਨਿੱਕੀਆਂ ਨਿੱਕੀਆਂ ਜਿਹੜੀਆਂ ਲੱਤਾਂ ਦੇ ਨਾਲ ਕਹਿੰਦੇ ਇੰਨੇ ਪਹਾੜ ਤੇ ਥਲ ਧਰਤੀ ਗਾਹ ਲਈ, ਇੰਨਾ ਭਾਵ ਲਿਆ ਤੂੰ। ਤੇ ਅੱਜ ਕਹਿੰਦੇ ਹੁਣ ਜਿਹੜਾ ਹੈਗਾ ਤੇਰੇ ਕੋਲ ਜਿਹੜਾ ਹੈਗਾ ਆ ਕਮਰੇ ਦੇ ਵਿੱਚ ਹੀ ਜਿਹੜਾ ਹੈਗਾ ਘੜਾ ਪਿਆ ਹੈ, ਉੱਥੇ ਪਾਣੀ ਨਹੀਂ ਉੱਠ ਕੇ ਪੀ ਸਕਦਾ ਤੂੰ। ਅੱਜ ਫਰੀਦੇ ਕੂਜੜਾ ਸਹਿ ਕੋਹਾਂ ਥਿਓਮ, 100 ਕੋਹਾਂ ਦੇ ਉੱਤੇ ਲੱਗਦਾ ਹੈ ਵੀ ਪਾਣੀ ਉੱਠ ਕੇ ਪੀ ਲਾ, ਉਹ ਵੀ ਨਹੀਂ ਪੀ ਸਕਦਾ। ਆਹ ਦੇਖ ਲਓ, ਇਸ ਤਰ੍ਹਾਂ ਜਿਹੜੀ ਹੈਗੀ ਤਾਕਤ ਜਿਹੜੀ ਹੈਗੀ ਘਟ ਜਾਂਦੀ ਹੈ ਭਾਈ। ਆਹੋ ਨਿੱਜਰ ਸਾਹਿਬ, ਜਦੋਂ ਜਵਾਨੀ ਹੁੰਦੀ ਹੈ ਤੇ ਬੰਦੇ ਨੂੰ ਵੇਖ ਲਓ ਕਿੱਧਰ ਮਰਜੀ ਭੱਜਾ ਫਿਰਦਾ। ਔਰ ਇੱਕ ਸਮਾਂ ਆਉਂਦਾ ਹੈ ਤੇ ਮੈਂ ਕਹਿੰਦਾ ਉਹ ਮੋਟਰਸਾਈਕਲ ਤੇ ਉੱਤੇ ਲੱਤ ਘੁਮਾ ਕੇ ਬੈਠਾ ਨਹੀਂ ਜਾਂਦਾ। ਬਿਲਕੁਲ ਨਹੀਂ ਬੈਠਾ ਜਾਂਦਾ। ਆਹੋ, ਮੁੜ ਕੇ ਉਹਨੂੰ ਕਹਿੰਦੀ ਬਹਿ ਜਾ, ਤੇ ਉਹ ਉੱਠਿਆ ਨਹੀਂ ਜਾਂਦਾ। ਮੇਰੇ ਡੈਡੀ ਦੱਸਦੇ ਹੁੰਦੇ ਸੀ, ਸਾਡੇ ਦਾ ਪਿੰਡ ਦੇ ਨਾ ਇੱਕ ਮਹਿਰਾ ਸਿੰਘ ਨਿੱਜਰ ਸਾਹਿਬ, ਉਹਨਾਂ ਦੀਆਂ 2-3 ਉਂਗਲਾਂ ਨਹੀਂ ਸੀ, ਇਕੱਲੀ ਵੱਡੀ ਉਂਗਲ ਪਹਿਲੀ ਉਂਗਲ ਤੇ ਅੰਗੂਠਾ ਹੀ ਸੀ। ਤੇ ਉਹ ਇੰਨੇ ਪਾਵਰਫੁਲ ਸਨ ਕਿ ਡੈਡੀ ਕਹਿੰਦੇ ਸੀ ਕਿ ਉੱਥੇ ਚੈਲੰਜ ਕੀਤਾ ਸੀ ਇਹਨੇ, ਪਤਾ ਨਹੀਂ ਕਿੰਨੇ ਪਿੰਡਾਂ 'ਚ ਇਹ ਬਜ਼ੁਰਗ ਨੇ, ਕਿ ਇਹ ਕਿਸੇ ਦਾ ਅੰਗੂਠਾ ਫੜ ਲਏਗਾ ਨਿੱਜਰ ਸਾਹਿਬ, ਉਹਦਾ ਅੰਗੂਠਾ ਹੀ ਨਹੀਂ ਛੁੱਟਦਾ। ਤੇ ਹੁਣ ਵੇਖ, ਕਹਿੰਦਾ ਮੰਜੇ ਤੋਂ ਉੱਠ ਕੇ ਅੰਦਰ ਹੀ ਜਾ ਸਕਦਾ, ਕਿੰਨਾ ਪਾਵਰਫੁਲ ਬੰਦਾ ਹੋਊਗਾ। ਤੇ ਵੱਡੇ ਵੱਡੇ ਪਹਿਲਵਾਨ ਆਉਂਦੇ ਸੀ, ਇਹਨੇ ਨਾਮ ਰੱਖਿਆ ਸੀ ਕਿ ਮੈਨੂੰ ਅੰਗੂਠਾ ਫੜਾ ਦਿਓ। ਕਹਿੰਦੇ ਅੰਗੂਠੇ ਨੂੰ ਲੌਕ ਕਰ ਦਿੰਦਾ ਹੈ। ਉਹ ਕੋਈ ਐਡੀ ਟੈਕਨੀਕ ਸੀ, ਇੰਨਾ ਮਤਲਬ ਜਸਟ ਸੋਚੋ ਕਿੰਨਾ ਬੰਦਾ ਜਾਂ ਇੰਨੀ ਸ਼ਕਤੀ ਸੀ। ਪਰ ਉਸ ਟਾਈਮ ਤੇ ਕਹਿੰਦੇ ਦੇਖੋ ਹੁਣ ਹੀ ਕੈਨੋਟ ਡੂ ਰੂਟੀਨ, ਆਪਣੀ ਰੂਟੀਨ ਨਹੀਂ ਕਰ ਸਕਦਾ ਜੋ ਉਹਦੀ ਨੋਰਮਲ ਮਾੜੀ ਮੋਟੀ ਹੈਗੀ। ਕਿੰਨਾ ਵੀਕਨੈਸ ਆ ਗਈ। ਇਹ ਵੀਕਨੈਸ ਹੌਲੀ ਹੌਲੀ ਆਉਂਦੀ ਹੈ,
ਇਸੇ ਤਰ੍ਹਾਂ ਸਾਡੇ ਜੀਵਨ 'ਚ ਕਿਰਿਆ ਚੱਲ ਰਹੀ ਹੈ। ਅਸੀਂ ਟਾਈਮ ਬਾਉਂਡ ਹੈਗੇ ਆ। ਇਹ ਜਿਹੜਾ ਸਾਨੂੰ ਚੋਲਾ ਮਿਲਿਆ ਇਹਦੇ ਵਿੱਚ ਆਪਾਂ ਇੱਕ ਜੌਬ ਕੰਪਲੀਟ ਕਰਨੀ ਹੈ। ਉਸੇ ਜੌਬ ਨੂੰ ਕੰਪਲੀਟ ਕਰਨ ਵਾਸਤੇ ਬਾਣੀ 'ਚ ਸਾਨੂੰ ਸਮਝਾਇਆ ਜਾ ਰਿਹਾ ਹੈ, ਸਾਡੇ ਮਨ ਦੀ ਕਾਉਂਸਲਿੰਗ ਹੋ ਰਹੀ ਹੈ। ਫਿਰ ਉਹ ਕਹਿੰਦੇ ਨੇ ਕਿ ਆਹ ਦੇਖੋ, ਆਹ ਨਜਰ ਸਾਹਿਬ ਅਗਲੀ ਤੁਕ ਬੋਲੋ। ਇੱਕ ਬਲਬੀਰ ਸਿੰਘ ਜੀ ਦਾ ਮਾਈਕ ਮੈਂ ਬੰਦ ਕਰਦਾ ਜੀ। ਹਾਂਜੀ ਮੈਂ ਕਰ उनका हो गया जी, हो गया। ਗੁਰ ਕੇ ਸ਼ਬਦ ਪਰ ਜਾਲੀਏ ਤਾਂ ਇਹ ਵਿੱਚੋਂ ਜਾਏ। ਕਹਿੰਦੇ ਗੁਰੂ ਦੇ ਸ਼ਬਦ ਦੇ ਦੁਆਰਾ, ਇਹ ਧਿਆਨ ਸਿਮਰਨ ਦੇ ਦੁਆਰਾ, ਭਗਤੀ ਦੇ ਦੁਆਰਾ ਜਿਹੜਾ ਹੈਗਾ ਇਹ ਮੋਹ ਜਿਹੜਾ ਹੈਗਾ, ਮੋਹ ਵਿਚਾਰਾਂ ਦੇ ਨਾਲ ਹੀ ਹੁੰਦਾ ਹੈ। ਮਨ ਨੂੰ ਮੋਹ ਹੈ। ਕਹਿੰਦੇ ਮੋਹ ਜਿਹੜਾ ਹੈਗਾ ਬਸ ਸ਼ਬਦ ਦੇ ਨਾਲ ਜੁੜ ਜਾ ਤੇ ਵਿਚਾਰ ਬੰਦ ਹੋ ਜਾਣਗੇ। ਵਿਚਾਰ ਬੰਦ ਹੋ ਗਏ ਤਾਂ ਇਹ ਵਿੱਚੋਂ ਜਾਏ। ਇਸ ਤਰ੍ਹਾਂ ਜਿਹੜਾ ਹੈਗਾ ਇਹ ਮਾਇਆ, ਇਹ ਮਮਤਾ ਜਾਂਦੀ ਹੈ। ਤੇ ਤਨ ਮਨ ਹੋਵੇ ਉਜਲਾ, ਨਾਮ ਵਸੇ ਮਨ ਆਏ। ਤੇ ਇਹਦੇ ਨਾਲ ਜਿਹੜਾ ਹੈਗਾ ਤਨ ਵੀ ਤੇ ਮਨ ਵੀ, ਤਨ ਵੀ ਔਗੁਣੋਂ ਤੋਂ ਰਹਿ ਜਾਂਦਾ ਹੈ, ਜਿਹੜਾ ਹੈਗਾ ਮਨ ਵੀ ਉਜਲਾ ਹੋ ਜਾਂਦਾ ਹੈ, ਤਨ ਵੀ ਜਿਹੜਾ ਹੈਗਾ ਉਜਲਾ ਹੋ ਜਾਂਦਾ ਹੈ, ਨਾਮ ਵਸ ਜਾਂਦਾ ਹੈ ਮਨ 'ਚ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਗੁਰ ਕੇ ਸ਼ਬਦ ਪਰਜਾਲੀਏ ਦੀ ਮਤਲਬ ਹੁੰਦਾ ਚੰਗੀ ਤਰ੍ਹਾਂ ਸੜ ਜਾਂਦੀ ਹੈ। ਬਿਲਕੁਲ। ਜਾਲੀਏ ਦਾ ਮਤਲਬ ਜਲਾ ਨਹੀਂ ਦੇਈਦਾ, ਇਹ ਵਿੱਚੋਂ ਜਾਏ। ਹੁਣ ਦੇਖੋ, ਸਭ ਤੋਂ ਪਹਿਲੀ ਗੱਲ ਤੇ ਹੈ ਗੁਰਮੁਖਾਂ ਦੀ, ਬ੍ਰਹਮ ਗਿਆਨੀ ਦੀ ਬਾਣੀ ਆਪਾਂ ਸੁਣਦੇ ਹਾਂ। ਇਹਦੇ ਵਿੱਚ ਬਾਰ-ਬਾਰ ਭਗਤੀ ਬਾਰੇ ਦੱਸਿਆ, ਫਿਰ ਸੰਸਾਰ ਦੇ ਰੂਪ ਬਾਰੇ ਦੱਸਿਆ, ਫਿਰ ਦੱਸਿਆ ਕਿ ਤੇਰੇ ਸਰੀਰ ਦੀ ਕੀ ਕੰਡੀਸ਼ਨ ਆ, ਜਿਹੜੀ ਚੀਜ਼ ਦਾ ਤੈਨੂੰ ਨਹੀਂ ਪਤਾ ਉਹ ਐਡਵਾਂਸ ਦੱਸੀ ਹੈ। ਕਿਉਂ ਇਹ ਤੇਰੇ ਨਾਲ ਕੀ ਹੋਣਾ ਹੈ, ਔਰ ਤੂੰ ਕੀ ਪ੍ਰਾਪਤ ਕੀਤਾ ਹੈ, ਤੂੰ ਲੱਭਿਆ ਕੀ ਹੈ, ਹਾਸਲ ਕੀ ਹੋਇਆ, ਉਹ ਸਾਰਾ ਦੱਸਿਆ। ਇਹਦੇ ਨਾਲ ਕੀ ਹੁੰਦਾ ਕਿ ਹੌਲੀ ਹੌਲੀ ਕਰਕੇ ਤੁਹਾਡੇ ਚਿੱਤ ਦੇ ਵਿੱਚ ਨਾ ਫਿਰ ਕਾਫੀ ਜ਼ਿਆਦਾ ਗਿਆਨ ਆ ਜਾਂਦਾ ਹੈ। ਉਹ 'ਚ ਹੌਲੀ ਸੋਚ ਵਿਚਾਰ ਕਰਨ ਦੀ ਜਿਹੜੀ ਸ਼ਕਤੀ ਹੈ ਪੈਦਾ ਹੁੰਦੀ ਹੈ। ਵਿਵੇਕ ਬੁੱਧੀ ਹੁੰਦਾ ਜਦੋਂ ਵਿਵੇਕ ਬੁੱਧੀ ਪੈਦਾ ਹੁੰਦੀ। ਹਾਂ, ਕਿਉਂਕਿ ਪਹਿਲਾਂ ਤੇ ਸੰਸਾਰ ਦਾ ਜ਼ਿਆਦਾ ਅਸਰ ਹੋ ਗਿਆ ਨਾ, ਲੋਕਾਂ ਨੂੰ ਵੇਖ ਕੇ ਤੇ ਆਪਾਂ ਤੁਰ ਤੇ ਪਏ। ਹੁਣ ਬਾਣੀ ਕਹਿੰਦੀ ਹੈ ਕਿ ਇਹ ਕੋਈ ਏਡੀ ਵਧੀਆ ਚੀਜ਼ ਨਹੀਂ ਜਿਹੜੀ ਤੂੰ ਪ੍ਰਾਪਤ ਕਰ ਲਈ ਹੈ। ਕਿਉਂਕਿ ਯੂ ਆਰ ਪੇਇੰਗ ਸੋ ਮਚ ਹਾਈ ਮਨੀ, ਤੂੰ ਆਪਣਾ ਹੀ ਰੀਜਾ ਜਨਮ ਕੌਡੀ ਬਦਲੇ ਜਾਏ। ਤੂੰ ਕੀ ਇਹਨੂੰ ਵੇਚ ਰਿਹਾ, ਇੰਨਾ ਸਸਤਾ ਕਿਉਂ ਵੇਚ ਰਿਹਾ? ਇਟ ਇਜ਼ ਵੈਰੀ ਐਕਸਪੈਂਸਿਵ। ਤੇ ਇਹਦੇ ਨਾਲ ਤੂੰ ਪ੍ਰਮਾਤਮਾ ਨੂੰ ਮਿਲ ਸਕਦਾ ਸੀ, ਪਰ ਤੂੰ ਇਹਨੂੰ ਇੱਕ ਜਸਟ ਨਕਮੀ ਚੀਜ਼ ਦੇ ਬਦਲੇ ਵੇਚ ਰਿਹਾ। ਪਰ ਜਿਨ੍ਹਾਂ ਲਈ ਵੇਚ ਰਿਹਾ ਮੋਹ ਦੇ ਵਿੱਚ ਪੈ ਕੇ, ਇਹ ਵੀ ਤੇਰੇ ਬਣਨੇ ਨਹੀਂ। ਇਹਨਾਂ ਨੇ ਆਪਣੇ ਰਸਤੇ ਤੇ ਜਾਣਾ ਹੈ, ਕਿਉਂਕਿ ਉਹਨਾਂ ਦਾ ਆਪਣਾ ਰਸਤਾ ਹੈਗਾ, ਉਹਨਾਂ ਦੀ ਆਪਣੀ ਜਰਨੀ ਹੈ। ਇਹ ਮੁਸਾਫਰ ਤੈਨੂੰ ਜਿੱਦਾਂ ਪਲੇਟਫਾਰਮ ਤੇ ਮਿਲੇ ਆ ਨਾ, ਰੇਲਵੇ ਸਟੇਸ਼ਨ ਤੇ ਮੁਸਾਫਰ ਖਾਨਾ ਹੁੰਦਾ, ਉੱਥੇ ਵੇਟਿੰਗ ਰੂਮ ਕਹਿੰਦੇ ਜਿਹਨੂੰ, ਦੇ ਆਰ ਜਸਟ ਟੈਂਪਰੇਰੀ ਵਿਦ ਅਸ। ਸਾਡੇ ਨਾਲ ਗੱਲਾਂ ਬਾਤਾਂ ਕਰਦੇ ਨੇ, ਸਾਡੇ ਤੋਂ ਪੁੱਛਦੇ ਨੇ ਤੁਸੀਂ ਕਿੱਥੇ ਜਾਣਾ, ਅਸੀਂ ਦੱਸਦੇ ਹਾਂ ਜੀ ਅਸੀਂ ਉੱਥੋਂ ਜਾਣਾ ਤੇ ਉੱਥੇ ਪਹੁੰਚਾਂਗੇ, ਇੰਜ ਕਰਾਂਗੇ, ਇੱਥੇ ਫਲਾਣਾ ਕੰਮ ਕਰਾਂਗੇ। ਹਰ ਕੋਈ ਬੰਦਾ ਆਪਣੀ ਇੱਕ ਜਰਨੀ ਤੇ ਤੁਰਿਆ, ਤੇ ਇਹ ਨਾ ਹੋਵੇ ਕਿ ਅਸੀਂ ਕਿਸੇ ਦੀ ਜਰਨੀ ਦੇ ਲਈ ਆਪਣੀ ਜਰਨੀ ਖਰਾਬ ਕਰ ਲਈਏ। ਮੈਂ ਤੇ ਇਹੋ ਕਹਿਣਾ ਚਾਹੁੰਦਾ, ਤੁਸੀਂ ਆਪਣੀ ਜਰਨੀ ਨੂੰ ਕੰਪਲੀਟ ਕਰੋ। ਜਹਾਜ਼ ਦੇ ਵਿੱਚ ਲਿਖਿਆ ਹੁੰਦਾ ਹੈ ਫਾਸਟਨ ਯੂਅਰ ਸੀਟ ਬੈਲਟ ਬਿਫੋਰ ਅਦਰ। ਪਹਿਲਾਂ ਤੁਸੀਂ ਆਪਣੀ ਸੀਟ ਬੈਲਟ ਬੰਨੋ ਦੂਜਿਆਂ ਦੀ ਬੰਨਣ ਤੋਂ ਪਹਿਲਾਂ। ਤੇ ਇਸੇ ਤਰ੍ਹਾਂ ਜੀਵਨ 'ਚ ਆਪਾਂ ਸਭ ਤੋਂ ਪਹਿਲਾਂ ਤੇ ਆਪਾਂ ਵੇਖਣਾ ਹੈ ਕਿ ਕਿਤੇ ਅਸੀਂ ਮਨਮੁਖ ਨਾ ਬਣ ਜਾਈਏ, ਕਿਉਂਕਿ ਮਨਮੁਖ ਜਦੋਂ ਤੁਸੀਂ ਬਣ ਗਏ ਤਾਂ ਤੁਹਾਨੂੰ ਮਾਇਆ ਨੇ ਖਾ ਜਾਣਾ। ਬਾਣੀ ਇਹੋ ਹੀ ਕਹਿ ਰਹੀ ਹੈ। ਤੇ ਫਿਰ ਕਹਿੰਦੇ ਕਿ ਜੇ ਤੁਸੀਂ ਭਗਤੀ ਕਰੋਗੇ ਤੇ ਫਿਰ ਕੀ ਹੋਊਗਾ? ਫਿਰ ਕਹਿੰਦੇ ਮਾਇਆ ਖਤਮ ਹੋ ਜਾਏਗੀ ਤੇ ਤਨ ਮਨ ਹੋਵੇ ਉਜਲਾ, ਨਾਮ ਵਸੇ ਮਨ ਆਏ। ਜਦੋਂ ਕਹਿੰਦੇ ਤੇਰੇ ਸਰੀਰ ਦੇ ਵਿੱਚ ਨਾਮ ਵਸ ਗਿਆ ਨਾ, ਵਸ ਗਿਆ ਮਤਲਬ ਹਜੇ ਵਸਿਆ ਨਹੀਂ ਹੈ ਨਾ। ਵਸਣ ਦਾ ਮਤਲਬ ਹੁੰਦਾ ਹੈ ਕਿ ਘਰ ਦੇ ਵਿੱਚ ਪੱਕਾ ਟਿਕਾਣਾ ਆ ਗਿਆ, ਉੱਥੇ ਉਹ ਰਹਿਣਾ ਸ਼ੁਰੂ ਕਰ ਦੇ। ਭਗਤੀ ਰੋਜ਼ ਦੀ ਭਗਤੀ ਸ਼ੁਰੂ ਹੋ ਗਈ ਤੇ ਵਸ ਗਿਆ। ਫਿਰ ਹਾਂਜੀ ਤੇ ਫਿਰ ਕੀ ਹੋਣਾ? ਫਿਰ ਤੇਰਾ ਮਨ ਤੇ ਤਨ ਜਿਹੜਾ ਹੈ ਉਜਲਾ ਹੋ ਜਾਣਾ। ਉਜਲਾ ਮਤਲਬ ਤੇਰੇ ਮਨ ਦੇ ਵਿੱਚ ਨਾ ਵਿਵੇਕ ਬੁੱਧੀ ਆ ਜਾਣੀ। ਇਹ ਹਰ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਦੇਖ ਸਕਦੀ ਹੈ, ਬਹੁਤ ਦੂਰ ਤੱਕ ਤੈਨੂੰ ਦਿਖਾਏਗੀ, ਤੈਨੂੰ ਦੱਸੇਗੀ ਕਿ ਇਹ ਜਿਹੜਾ ਮਕਾਨ ਤੂੰ ਵੇਚ ਦੇਂਗਾ ਤੇ ਕੀ ਹੋਊਗਾ, ਇਹ ਮਕਾਨ ਵੇਚ ਖਰੀਦੇਂਗਾ ਤਾਂ ਤੇਰਾ ਕੀ ਫਾਇਦਾ ਹੋਵੇਗਾ, ਜੇ ਤੂੰ ਆਹ ਚੀਜ਼ ਏਦਾਂ ਕਰੇਂਗਾ ਤਾਂ ਤੇਰਾ ਕੀ ਫਾਇਦਾ ਹੈ, ਜਾਂ ਆਹ ਚੀਜ਼ ਤੂੰ ਏਦਾਂ ਕਰੇਂਗਾ ਤੇਰਾ ਕੀ ਨੁਕਸਾਨ ਹੈ। ਇਹ ਸਭ ਫੈਸਲੇ ਤੁਹਾਡੀ ਬੁੱਧੀ ਕਰਦੀ। ਤੇ ਬੁੱਧੀ ਜਿਹੜੀ ਹੁੰਦੀ ਹੈ ਜਿੰਨੀ ਸਾਫ਼ ਸੁਥਰੀ ਹੋਵੇ ਓਨਾ ਵਧੀਆ ਫੈਸਲਾ। ਜਿੰਨੀ ਤੁਹਾਡੀ ਬੁੱਧੀ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ ਓਨਾ ਘਟੀਆ ਫੈਸਲਾ। ਠੀਕ ਹੈ ਜੀ, ਤੋ ਧਿਆਨ ਦਿਆ ਕਰੋ। ਅਗਲੀ ਬਨੇ ਨੀਚੇ ਸਭ ਤੁਕ ਬੋਲ ਦੋ, ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ
ਗੁਰਮੁਖ ਪਾਇਆ ਜਾਏ। ਕਹਿੰਦੇ ਮਾਇਆ ਨੂੰ ਮਾਰਨਾ ਹੈਗਾ ਤੇ ਪਰਮੇਸ਼ਰ ਦੇ ਨਾਮ ਦੇ ਦੁਆਰਾ ਹੀ ਮਰ ਸਕਦੀ ਆ, ਧਿਆਨ ਸਿਮਰਨ ਦੇ ਦੁਆਰਾ। ਔਰ ਇਹ ਧਿਆਨ ਸਿਮਰਨ ਜਿਹੜਾ ਹੈਗਾ ਇਹ ਬ੍ਰਹਮ ਗਿਆਨੀ ਜਿਹੜੇ ਹੈਗੇ ਉਹਨਾਂ ਦੇ ਥਰੂ, ਉਹਨਾਂ ਦੇ ਗਿਆਨ ਦੇ ਅਨੁਸਾਰ ਜੋ ਕਹਿ ਰਹੇ ਆ ਉਹ ਕਰਨ ਦੇ ਨਾਲ ਜਿਹੜਾ ਹੈਗਾ ਇਹ ਨਾਮ ਪਾਇਆ ਜਾ ਸਕਦਾ ਹੈ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਕਿ ਮਾਇਆ ਜਿਹੜੀ ਹੈ ਉਹਨੂੰ ਨਸ਼ਟ ਕੀਤਾ ਜਾ ਸਕਦਾ ਹੈ ਤੇ ਉਹਦੇ ਲਈ ਭਗਤੀ ਕਰਨੀ ਪਊ। ਉਹ ਭਗਤੀ ਕਰੋਗੇ ਤੇ ਹਰ ਦਾ ਨਾਮ ਆ, ਪਰਮਾਤਮਾ ਦੀ ਭਗਤੀ ਕੀਤਿਆਂ ਹੀ ਸਾਨੂੰ ਇਸ ਚੀਜ਼ ਤੋਂ ਮੁਕਤੀ ਮਿਲ ਸਕਦੀ। ਇਹਦੇ ਚ ਪਰਮਾਤਮਾ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਪਰਮਾਤਮਾ ਨੇ ਸਾਨੂੰ ਨਹੀਂ ਬੰਨ ਕੇ ਰੱਖਿਆ, ਆਪਾਂ ਖੁਦ ਆਪਣੀ ਇੱਛਾ ਦੇ ਨਾਲ ਹੀ ਬੱਝੇ ਹੋਏ ਆ। ਬਿਲਕੁਲ, ਪਰਮਾਤਮਾ ਨੇ ਤਾਂ ਗੋਰਖੀ ਸਾਹਿਬ ਸਾਰਾ ਜਾਲ ਜਿਹੜਾ ਪਾਇਆ ਹੈ, ਸਵਾਦ ਪਾਏ, ਮਾਇਆ ਪਾਈ ਆ, ਉਹਨੇ ਤਾਂ ਆਹੀ ਤਾਂ ਖੇਡ ਪਾਈ ਹੋਈ ਆ, ਇਸੇ ਚੋਂ ਤਾਂ ਕੱਢਣਾ ਹੈ। ਔਰ ਉਹ ਕਹਿੰਦਾ ਵੀ ਤੂੰ ਆਪਣੇ ਆਪ ਛੁੱਟ ਨਹੀਂ ਸਕਦਾ, ਤੂੰ ਮੇਰੇ ਵੱਲ ਨੂੰ ਮੈਨੂੰ ਕਹਿ, ਮੈਂ ਤੈਨੂੰ ਛਡਾ ਦੂੰਗਾ। ਔਰ ਤੈਨੂੰ ਮੈਂ ਬੋਲ ਰਿਹਾ, ਮੈਂ ਦੱਸ ਰਿਹਾ ਬਈ ਕਿਵੇਂ ਛੁੱਟਣਾ ਹੈ ਭਾਈ, ਕੀ ਕਰਨਾ ਪਊਗਾ ਤੈਨੂੰ। ਹਾਂਜੀ ਵੀਰ ਜੀ, ਬਿਲਕੁਲ ਸਹੀ ਹੈ। ਤੇ ਫਿਰ ਉਹ ਤੁਹਾਨੂੰ ਭੇਦ ਤਾਂ ਹੀ ਪਤਾ ਲੱਗੂਗਾ ਜਦੋਂ ਸਭ ਤੋਂ ਪਹਿਲਾਂ ਤੁਸੀਂ ਹੱਥ ਖੜਾ ਕਰੋਗੇ। ਹਾਂ, ਹੱਥ ਖੜਾ ਕਰਕੇ ਕਲੇਮ ਕਰਨਾ ਪੈਣਾ ਬਈ ਮੈਂ ਪਰਮ ਜੀਵਨ ਨੂੰ ਜਾਣਨਾ ਚਾਹੁੰਦਾ ਹੈ ਤੇ ਉਸ ਨੂੰ ਜਾਣੇ ਬਿਨਾ ਮੈਂ ਨਹੀਂ ਸੰਸਾਰ ਤੋਂ ਜਾਣਾ। ਔਰ ਉਹਨੂੰ ਜਾਣੋਗੇ ਤੇ ਫੇਰ ਹੀ ਤੇ ਜੀਵਨ, ਫਿਰ ਤੇ ਗਿਆਨ ਹੋਣਾ। ਫਿਰ ਉਹਦਾ ਜੰਗਲ ਚੋਂ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਮਾਇਆ ਇੱਕ ਜੰਗਲ ਹੈਗਾ, ਬਿਲਕੁਲ ਬਿਲਕੁਲ। ਔਰ ਪਾਇਆ ਮਾਲਕ ਨੇ ਹਰ ਜਗ੍ਹਾ ਤੇ ਪਾਈ ਹੋਈ ਹੈ, ਹਰ ਜਗ੍ਹਾ ਤੇ ਪਾਈ। ਕਿਤੇ ਮਰਜੀ ਚਲੇ ਜਾਓ, ਚਾਹੇ ਪਹਾੜਾਂ ਤੇ, ਜਿੱਥੇ ਮਰਜੀ ਚਲੇ ਜਾਓ, ਇਹ ਮਾਇਆ ਹੈਗੀ ਆ ਭਾਈ। ਆ ਵੇਖੋ ਫਿਰ ਇੱਥੇ ਜਿਹੜਾ ਤੁਕ ਚ ਗਿਆ ਨਾ ਕਿ ਮਨ ਜਿਹੜਾ ਹੈ ਉਜਲਾ ਹੋ ਜਾਏਗਾ। ਉਜਲਾ ਮਤਲਬ ਅੰਦਰੋਂ ਉਜਲਾ ਹੋ ਜਾਏਗਾ, ਬਾਹਰੋਂ ਨਹੀਂ। ਬਾਹਰ ਅੰਦਰਲੀ ਟਾਰਚ, ਅੰਦਰ ਦਾ ਗਿਆਨ ਚਾਹੀਦਾ ਤੁਹਾਡੇ ਅੰਦਰ। ਠੀਕ ਹੈ ਜੀ, ਬਿਲਕੁਲ। ਤੁਹਾਨੂੰ ਚਾਹੀਦੀ ਨੌਲੇਜ ਨਹੀਂ ਚਾਹੀਦੀ, ਤੁਹਾਨੂੰ ਗਿਆਨ ਚਾਹੀਦਾ। ਅੱਗੇ ਚਲੀ ਨਜ਼ਰ ਸਾਹਿਬ। ਅੱਗੇ ਪਾਏ ਗੋਰਖੀ ਸਾਹਿਬ ਅੱਗੇ ਮਹਾਰਾਜ ਕਹਿੰਦੇ ਆ, ਦੇਖੋ ਹੁਣ ਆਪਾਂ ਜਿਹੜੇ ਹੈਗੇ ਆ ਕਿੰਨੇ ਪੁਰਾਣੇ ਹੈਗੇ ਆ ਦੇਖ ਲਓ। ਮਹਲਾ ਤੀਜਾ, ਇਹ ਮਨ ਕੇਤੜਿਆਂ ਜੁਗ ਭਰਮਿਆ, ਥਿਰ ਰਹੇ ਨਾ ਆਵੇ ਜਾਏ। ਕਹਿੰਦੇ ਕਿੰਨੇ ਕੁ ਯੁੱਗ ਹੋ ਗਏ ਤੈਨੂੰ, ਯੁੱਗ ਕਹਿ ਰਹੇ ਆ ਮਹਾਰਾਜ। ਦੇਖੋ ਕਹਿੰਦੇ ਕਿੰਨੇ ਕੁ ਯੁੱਗ ਹੋ ਗਏ ਭਾਈ ਪਿਆਰਿਆ, ਦੱਸਦੇ ਹੱਥ ਖੜਾ ਨਹੀਂ ਕੀਤਾ ਤੂੰ, ਕਦ ਤੱਕ ਚੱਲੇਗਾ ਇਸ ਤਰ੍ਹਾਂ। ਇਹ ਮਨ, ਆਪਣੇ ਮਨ ਨੂੰ ਆਪਾਂ ਪੁੱਛੀਏ ਤਾਂ ਸਹੀ, ਕੇਤੜਿਆਂ ਯੁੱਗ ਭਰਮਿਆ, ਕਿੰਨੇ ਕੁ ਯੁੱਗ ਇਸ ਤਰ੍ਹਾਂ ਲੰਘਾ ਦਿੱਤੇ ਤੂੰ। ਇਸੇ ਤਰੀਕੇ ਮਨੁੱਖ ਜੂਨ ਪਾਉਣਾ ਹੈ, ਇਸੇ ਤਰ੍ਹਾਂ ਗਵਾ ਦੇਣਾ ਹੈ, ਫਿਰ 84 ਚ ਘੁੰਮਦਾ ਹੈ, ਫਿਰ ਆ ਜਾਣਾ ਹੈ। ਇੱਕ ਜਨਮ ਥੋੜੀ ਨਾ, ਜਨਮ ਤਾਂ ਕਾਊਂਟ ਹੀ ਨਹੀਂ ਹੋ ਸਕਦੇ ਆਪਣੇ। ਇੱਥੇ ਤਾਂ ਯੁੱਗ ਕਹਿ ਰਹੇ ਆ ਬਈ, ਯੁੱਗ ਵੀ ਨਹੀਂ ਕਾਊਂਟ ਹੋ ਰਹੇ ਭਾਈ। ਇਹ ਮਨ ਕੇਤੜਿਆਂ ਯੁੱਗ ਭਰਮਿਆ, ਮਨ ਨੂੰ ਕਹਿ ਰਹੇ ਆਪਣੇ ਮਨ ਨੂੰ। ਥਿਰ ਰਹੇ ਨਾ, ਕਹਿੰਦੇ ਟਿਕਦਾ ਹੀ ਨਹੀਂ ਆ ਤੂੰ ਫੇਰ ਉਹੀ ਸਵਾਦ, ਉਹੀ ਮਾਇਆ, ਉਹੀ ਕਾਮ, ਉਹੀ ਸਾਰਾ ਲੋਭ, ਉਹੀ ਖਾਣ ਦਾ ਲੱਭ, ਉਹੀ ਪਦਾਰਥਾਂ ਦੇ ਭੋਗ। ਤੂੰ ਟਿਕਦਾ ਹੀ ਨਹੀਂ ਹੈਗਾ, ਆਉਂਦਾ ਹੀ ਜਾਂਦਾ ਰਹਿਣਾ ਹੈ। ਐਸੇ ਤਰੀਕੇ ਦੇ ਨਾਲ ਤੂੰ ਇੱਕ ਜਗ੍ਹਾ ਤੇ ਇੱਕ ਜਗ੍ਹਾ ਟਿਕਦਾ ਹੀ ਨਹੀਂ ਹੈ। ਤੇਰੇ ਬਸ ਕਦੀ ਇੱਧਰ, ਕਦੀ ਉੱਧਰ, ਕਦੀ ਇੱਧਰ, ਕਦੀ ਉੱਧਰ। ਫਿਰ ਅੱਗੇ ਦੱਸ ਰਿਹਾ, ਹਰ ਭਾਣਾ ਤਾਂ ਪਰਮਾਇਨ, ਕਰ ਪਰਪੰਚ ਖੇਲ ਉਪਾਏ। ਕਹਿੰਦੇ ਕਿਉਂ ਘੁੰਮਿਆ ਆ, ਕਿਉਂ ਘੁੰਮ ਰਿਹਾ ਆ, ਕਿਉਂ ਨਹੀਂ ਥਿਰ ਰਹਿ ਰਿਹਾ। ਕਹਿੰਦੇ ਮਾਲਕ ਚਾਹੁੰਦਾ ਹੈ। ਹਰ ਭਾਣਾ, ਮਾਲਕ ਦਾ ਆਹੀ ਤਾਂ ਭਾਣਾ ਹੈ। ਤਾਂ ਪਰਮਾਇਨ, ਤਾਂ ਇਹ ਭਟਕਣਾ ਭੂਲ ਭੁਲਈਆ ਪਾਈ ਹੋਈ ਆ। ਇੱਕ ਪਰਪੰਚ ਹੈਗਾ, ਛਲ ਹੈਗਾ, ਧੋਖਾ ਹੈਗਾ, ਖੇਲ ਉਪਾਏ, ਇਹ ਖੇਡ ਪੈਦਾ ਕੀਤਾ ਹੈ ਮਾਲਕ ਪਰਮਾਤਮਾ ਨੇ। ਤਾਂ ਘੁੰਮ ਰਿਹਾ ਹੈ ਤੂੰ ਇਸ ਖੇਡ ਦੇ ਵਿੱਚ। ਸਮਝ ਇਸ ਗੱਲ ਨੂੰ। ਆ ਦੇਖੋ ਬ੍ਰਹਮ ਗਿਆਨੀ ਤੀਸਰੀ ਪਾਤਸ਼ਾਹੀ ਐਡਵਾਂਸ ਦੇ ਵਿੱਚ ਆਪਾਂ ਨੂੰ ਦੱਸ ਰਿਹਾ, ਔਰ ਇਹ ਵੀ ਦੱਸ ਰਿਹਾ ਵੀ ਕਦ ਤੋਂ ਤੇਰੀ ਯਾਤਰਾ ਸ਼ੁਰੂ ਹੋਈ ਆ। ਜਾਂ ਹਰ ਬਖਸ਼ੇ ਤਾਂ ਗੁਰ ਮਿਲੇ। ਦੇਖੋ ਗੁਰੂ ਐਵੇਂ ਥੋੜੀ ਨਾ ਮਿਲ ਜੂਗਾ, ਐਵੇਂ ਬ੍ਰਹਮ ਗਿਆਨ ਆ ਜਾਊਗਾ। ਇੰਨਾ ਸਸਤਾ ਹੈਗਾ ਬ੍ਰਹਮ ਗਿਆਨ ਵੀ ਜਣੇ ਖਣੇ ਨੂੰ ਹਰੇਕ ਨੂੰ ਹੀ ਦੇਈ ਜਾਓ। ਜਾਂ ਹਰ ਬਖਸ਼ੇ ਤਾਂ ਗੁਰ ਮਿਲੇ, ਪਰਮਾਤਮਾ ਨੇ ਬਖਸ਼ਿਸ਼ ਕਰਨੀ ਹੈ, ਬਖਸ਼ਿਸ਼ ਗਿਫਟ। ਔਰ ਆਪਾਂ ਨੇ ਕਹਿਣਾ ਹੈ ਕਿ ਮੈਨੂੰ ਚਾਹੀਦੀ ਆ ਗਿਫਟ, ਮੈਂ ਆਹ ਚੀਜ਼ ਚਾਹੁੰਦਾ ਹੈ। ਆਪਾਂ ਹੱਥ ਹੀ ਮਾਇਆ ਦੇ ਉੱਤੇ ਰੱਖਦੇ ਹਾਂ। ਜਾਂ ਹਰ ਬਖਸ਼ੇ ਤਾਂ ਗੁਰ ਮਿਲੇ, ਤਾਂ ਲਿਖਿਆ ਹੋਇਆ ਤਾਂ, ਜਾਂ ਹਰ ਬਖਸ਼ੇ ਤਾਂ ਗੁਰ ਮਿਲੇ, ਅਸਥਿਰ ਰਹੇ ਸਮਾਏ। ਇਸ ਤਰ੍ਹਾਂ ਫਿਰ ਅਸਥਿਰ ਹੋ ਜਾਏਗਾ, ਤਾਂ ਫਿਰ ਧਿਆਨ ਸਮਾਧੀ ਦੇ ਵਿੱਚ ਚਲੇ ਜਾਏਗਾ। ਹਾਂਜੀ, ਇੱਥੇ ਤੱਕ ਕਰ ਲਈਏ। ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੇ ਨਾ ਜਾਏ।
ਕਹਿੰਦੇ ਮਨ ਨੇ ਮਨ ਤੋਂ ਹੀ ਮੰਨਣਾ ਹੈ, ਨਾ ਕੁਛ ਮਰਦਾ ਹੈ ਤੇ ਨਾ ਕੁਛ ਜਾਂਦਾ ਹੈ। ਪਾਏ ਇਹ ਜਿਹੜਾ ਹੈਗਾ ਜੀਵ ਐਸੇ ਤਰੀਕੇ ਦੇ ਨਾਲ ਘੁੰਮਦਾ ਰਹਿੰਦਾ ਹੈ। ਹਾਂਜੀ ਵੀਰ ਜੀ। ਹਾਂਜੀ, ਦੇਖੋ ਪਹਿਲੀ ਤੁਕ ਚ ਕਿਹਾ ਹੈ ਕਿ ਇਹ ਮਨ ਕੇਤੜਿਆਂ ਜੁਗ ਜੁਗ ਪਰਮਾਇਆ ਪਰਮਿਆ ਤੇ ਰਹੇ ਨਾ ਆਵੇ ਜਾਏ। ਹਾਂ, ਪਰਮਿਆ। ਤੇ ਵੇਖੋ ਕੇਤੜਿਆਂ ਯੁਗਾਂ ਦੀ ਗੱਲ ਕਰਦੇ ਆ, ਅਨੰਤ ਯੁਗਾਂ ਤੋਂ ਵੇਖੋ ਇਸੇ ਤਰ੍ਹਾਂ ਹੀ ਭਟਕ ਰਿਹਾ, ਭਰਮ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ। ਹਾਂ, ਸੱਚ ਨੂੰ ਝੂਠ ਸਮਝਦਾ, ਝੂਠ ਨੂੰ ਸੱਚ ਸਮਝਦਾ। ਭਰਮ ਦਾ ਮਤਲਬ ਇਹ। ਤੇ ਕਈ ਵਾਰੀ ਆਇਆ ਤੇ ਕਈ ਵਾਰੀ ਗਿਆ। ਹੁਣ ਤੁਸੀਂ ਦੇਖ ਲਓ ਆਪਣੇ ਜੀਵਨ 'ਚ ਤੁਸੀਂ ਕੀ ਕੀਤਾ। ਤੁਸੀਂ ਆਲਰੇਡੀ ਆਪਣੇ ਨਾਲ ਇੱਕ ਬੀਜ ਲੈ ਕੇ ਜਾ ਰਹੇ ਜੋ, ਜਿਸਨੇ ਫਿਰ ਪ੍ਰਕਿਰਤੀ ਦੇ ਵਿੱਚ ਜਾ ਕੇ ਉੱਗਣਾ। ਜਦੋਂ ਬੰਦਾ ਜੰਮਦਾ ਹੈ ਨਾ, ਤੇ ਜੰਮਣ ਤੋਂ ਬਾਅਦ ਇੱਕ ਕਾਰਨ ਸਰੀਰ ਰੂਪੀ ਬੀਜ ਨੂੰ ਨਾਲ ਲੈ ਕੇ ਜਾਂਦਾ ਹੈ। ਪੁਰਾਣਾ ਤੇ ਚਲੋ ਉਹਨੇ ਮਿਟਾ ਲਿਆ ਸੀ, ਮਿਟ ਮੁਟ ਗਿਆ ਥੋੜਾ ਬਹੁਤਾ, ਤੇ ਇੱਥੇ ਆ ਗਿਆ, ਮਨੁੱਖਾ ਜੀਵਨ ਮਿਲ ਗਿਆ। ਤੇ ਇੱਥੇ ਆ ਕੇ ਫਿਰ ਨਵਾਂ ਬੀਜ ਬਣਾ ਲੈਂਦਾ। ਫਿਰ ਇਸ ਬੀਜ ਨੇ ਫਿਰ ਉੱਗਣਾ। ਫਿਰ ਉਹ ਬੀਜ ਦਾ ਪ੍ਰੋਸੈਸ ਤੁਹਾਨੂੰ ਪਤਾ ਹੀ ਹੈ, ਡਾਣੀਆਂ ਬਣਦਾ, ਫਿਰ ਪੱਤੇ ਬਣਦੇ, ਫਿਰ ਆਖਰ ਤੇ ਫਿਰ ਬੀਜ ਤੋਂ ਬੀਜ ਹੀ ਪੈਦਾ ਹੁੰਦਾ। ਪ੍ਰਕਿਰਤੀ ਦਾ ਨਿਯਮ ਦੇਖ ਲਓ, ਪਹਿਲਾ ਬੀਜ ਨਸ਼ਟ ਹੁੰਦਾ, ਫਿਰ ਨਵਾਂ ਬਣ ਜਾਂਦਾ। ਇਸੇ ਤਰ੍ਹਾਂ ਮਨੁੱਖ ਜਿਹੜਾ ਕਈ ਵਾਰੀ ਬੀਜ ਬਣਿਆ, ਕਈ ਵਾਰੀ ਰੁੱਖ ਬਣਿਆ, ਕਈ ਵਾਰੀ ਬੀਜ ਬਣਿਆ, ਕਈ ਵਾਰੀ ਰੁੱਖ ਬਣਿਆ। ਹੁਣ ਵੀ ਆਪਾਂ ਜਿਹੜਾ ਵਾ, ਜੇਕਰ ਆਪਾਂ ਭਗਤੀ ਨਹੀਂ ਕਰਦੇ ਤੇ ਸਮਝ ਲਓ ਕਿ ਨਵੇਂ ਬੀਜ ਦੀ ਤਿਆਰੀ ਕਰ ਰਹੇ ਹਾਂ। ਐਸੀ ਮਰਨੀ ਜੋ ਮਰੇ ਬੜ ਨਾ ਮਰਨਾ ਹੋਵੇ। ਉਹ ਮਰਨੀ ਮਤਲਬ ਬੀਜ ਨੂੰ ਨਸ਼ਟ ਕਰਨਾ ਜ਼ਰੂਰੀ ਹੈ। ਔਰ ਬੀਜ ਹੈ ਸਾਡਾ ਮਨ। ਜੇਕਰ ਤੁਸੀਂ ਆਪਣੇ ਮਨ ਨੂੰ ਨਸ਼ਟ ਕਰ ਲੋਗੇ ਤਾਂ ਹੀ ਪਰਮ ਸੁੱਖ ਮਿਲਣਾ ਹੈ, ਤਾਂ ਹੀ ਇਸ ਜੀਵਨ ਤੋਂ ਤੁਹਾਨੂੰ ਛੁਟਕਾਰਾ ਮਿਲਣਾ। ਮਨ ਨੂੰ ਮਾਰਨਾ ਮਤਲਬ ਇਹਦਾ ਭਰਮ, ਇਹਦਾ ਗਿਆਨ, ਜਿਹੜਾ ਗਲਤ ਕੰਮ ਕਰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ, ਉਹਨਾਂ ਤੋਂ ਇਹਨੂੰ ਛੁਟਕਾਰਾ ਮਿਲਣਾ ਬੜਾ ਜ਼ਰੂਰੀ ਹੈ। ਫਿਰ ਅਗਲੇ ਬੰਨੇ ਕਹਿੰਦੇ ਨੇ ਕਿ ਪ੍ਰਪੰਚ ਹੈ। ਹੁਣ ਪ੍ਰਪੰਚ ਦਾ ਮਤਲਬ ਕੀ ਹੈ? ਉਹ ਕਹਿੰਦੇ ਜੋ ਵੀ ਕੁਝ ਦਿਖਦਾ ਹੈ ਇਹ ਸਭ ਪ੍ਰਪੰਚ ਹੈ। ਪ੍ਰਪੰਚ ਦਾ ਮਤਲਬ ਠੱਗਣ ਵਾਲੀ ਮਾਇਆ। ਬਿਲਕੁਲ। ਜੋ ਵੀ ਸਾਨੂੰ ਦਿਖਦਾ ਹੈ ਨਾ, ਸਾਡੀ ਇੰਦਰੀਆਂ ਦੇ ਰਾਹੀਂ ਜਿਹਨੂੰ ਅਸੀਂ ਸਪਰਸ਼ ਕਰਦੇ ਹਾਂ, ਇਹ ਸਭ ਪ੍ਰਪੰਚ ਹੈ। ਪ੍ਰਪੰਚ ਮਤਲਬ ਦੂਜਾ ਭਾਵ, ਅਸਲੀ ਨਹੀਂ। ਫਿਰ ਅਗਲੇ ਬੰਨੇ ਲਿਖਿਆ ਹੈ ਉਪਾਇਆ। ਖੇਲ ਉਪਾਇਆ ਹੈ। ਮਤਲਬ ਖੇਲ ਦਾ ਮਤਲਬ ਸਮਝਦੇ ਨਾ, ਕੋਈ ਕੰਮ ਨਹੀਂ ਹੈ, ਬਸ ਉਹਦਾ ਖੇਡਿਆ, ਫੁੱਟਬਾਲ ਖੇਡਿਆ, ਕਬੱਡੀ ਖੇਡੀ ਹੈ, ਹਾਕੀ ਖੇਡੀ ਹੈ, ਕ੍ਰਿਕਟ ਖੇਡੀ ਹੈ, ਇਹ ਖੇਲ ਹੈ। ਇਸੇ ਹੀ ਤਰ੍ਹਾਂ ਕਹਿੰਦੇ ਕਿ ਇਹ ਪ੍ਰਪੰਚ ਹੈ, ਖੇਲ ਰਚਾਇਆ ਅਗਲੇ ਨੇ ਐਂਟਰਟੇਨਮੈਂਟ ਲਈ। ਹੋਰ ਕਿਤਾਬ ਪਰਮਾਤਮਾ ਦੀ ਸ਼ਕਤੀ ਪਰਮਾਤਮਾ ਕੋਲ ਰਹਿਣੀ ਆ। ਸ਼ਕਤੀ ਦੇ ਨਾਲ ਸੰਸਾਰ ਪੈਦਾ ਕੀਤਾ ਹੋਇਆ। ਇਹ ਸ਼ਕਤੀ ਨੇ ਕਿੱਥੇ ਚਲੇ ਜਾਣਾ ਹੈ? ਇਹਨੇ ਤਾਂ ਮਾਲਕ ਦੇ ਨਾਲ ਹੀ ਰਹਿਣਾ ਹੈ। ਹਾਂਜੀ ਵੀਰ ਜੀ। ਮਾਇਆ ਵੀ ਤੇ ਨਿਜਰ ਸਭ ਸ਼ਕਤੀ ਹੈ ਇੱਕ ਕਿਸਮ ਦੀ। ਇਹੀ ਤਾਂ ਕਹਿ ਰਿਹਾ ਮੈਂ, ਮਾਇਆ ਨੂੰ ਹੀ ਤਾਂ ਕਹਿ ਰਿਹਾ। ਹਾਂ, ਮਾਇਆ ਵੀ ਸ਼ਕਤੀ ਹੈ। ਬਿਲਕੁਲ। ਅਗਲੇ ਬੰਨੇ ਫਿਰ ਤੁਕ ਵੇਖੋ, ਕਹਿੰਦੇ ਜਾਂ ਹਰ ਬਖਸ਼ੇ ਤਾਂ ਗੁਰ ਮਿਲੇ ਅਸਥਿਰ ਰਹੇ ਸਮਾਏ। ਅਸਥਿਰ ਦਾ ਮਤਲਬ ਹੁੰਦਾ ਹੈ ਜਿਹੜਾ ਹੈ ਉਹ ਜਿਹੜਾ ਟਿਕ ਜਾਏਗਾ। ਬਿਲਕੁਲ, ਜਿਹੜਾ ਹਿਲਦਾ ਨਹੀਂ ਹੈ, ਹਮੇਸ਼ਾ ਰਹਿੰਦਾ ਹੈ ਬਸ। ਜਿਹਨੂੰ ਸਹਿਜ ਅਵਸਥਾ ਕਿਹਾ ਗਿਆ ਹੈ, ਜਿਹਨੂੰ ਸਵੈ ਅਸਤ ਕਿਹਾ ਗਿਆ ਹੈ, ਜਿਹਨੂੰ ਸਮਾਧੀ ਕਿਹਾ ਗਿਆ ਹੈ, ਇਹ ਸਾਰਾ ਕੁਝ ਇੱਥੇ ਆ ਰਿਹਾ ਹੈ। ਕਹਿੰਦੇ ਆ ਕਿ ਫਿਰ ਕੀ ਹੋਊਗਾ ਕਿ ਤੁਹਾਨੂੰ ਉਹ ਜੁਗਤੀ ਦੱਸਣ ਦੇ ਲਈ ਕੋਈ ਗੁਰੂ ਮਿਲੇਗਾ, ਕੋਈ ਬੰਦਾ ਮਿਲੇਗਾ ਜੋ ਪਰਮਾਤਮਾ ਤੁਹਾਨੂੰ ਗਿਆਨ ਕਰਾਏਗਾ। ਬਾਣੀ ਦੇ ਵਿੱਚ ਲਿਖਿਆ, ਹੁਣ ਬਾਣੀ ਸਾਨੂੰ ਮਿਲੀ ਹੈ, ਇਹ ਸਾਨੂੰ ਗਿਆਨ ਕਰਾਉਂਦੀ ਹੈ ਕਿ ਮਨ ਨੂੰ ਰੋਕਣਾ ਕਿੱਦਾਂ ਹੈ। ਉਹ ਕਹਿੰਦੇ ਭਗਤੀ ਕਰੋ, ਆਪਣੇ ਆਪ ਹੀ ਰੁਕ ਜਾਏਗਾ। ਭਗਤੀ ਤੁਸੀਂ ਕਰਤੀ, ਤੁਸੀਂ ਵੈਗਰੂ ਵੈਗਰੂ ਕਰਨਾ ਸ਼ੁਰੂ ਕਰ ਦੋ। ਜੇ ਤੇ ਕਿਸੇ ਬਾਬੇ ਬੂਬੇ ਨੂੰ ਵਿੱਚ ਰੱਖ ਲਿਆ ਫਿਰ ਪੰਗਾ ਪੈ ਜਾਣਾ। ਤੁਸੀਂ ਡਾਇਰੈਕਟ ਕਰੋਗੇ ਤੇ ਬਹੁਤ ਛੇਤੀ ਪਹੁੰਚ ਜਾਓਗੇ। ਤੇ ਜੇ ਕਿਸੇ ਬਾਬੇ ਨੂੰ ਪਾਲਿਆ ਵਿੱਚ ਤੇ ਜਿਹਦਾ ਆਪਣਾ ਫਿਊਜ਼ ਉੱਡਿਆ, ਉਹ ਤੁਹਾਡੇ ਘਰ ਸਪਲਾਈ ਨਹੀਂ ਹੋਣੀ। ਬਿਲਕੁਲ ਨਹੀਂ। ਇਹ ਕਰਕੇ ਖੁਦ ਭਗਤੀ ਕਰਿਆ ਕਰੋ, ਕਿਸੇ ਬਾਬੇ ਕੋਲ ਨਾ ਚੱਲ ਜਾਓ। ਬਾਬੇ ਨੇ ਤੁਹਾਡੇ ਅੰਦਰ ਸਭ ਕੁਝ ਗੜਬੜ ਕਰ ਦੇਣਾ। ਹਾਂ ਨਿੱਜਾ ਸਾਹਿਬ, ਬਿਲਕੁਲ ਸਹੀ ਹੈ ਗੋਰਖੀ ਸਾਹਿਬ। ਔਰ ਇੱਕ ਚੀਜ਼ ਦੇਖੋ ਬਈ, ਆਪਾਂ ਨੇ ਹੱਥ ਖੜਾ ਕੀਤਾ ਹੋਇਆ, ਆਪਾਂ ਨੇ ਤਾਂ ਹੀ ਤਾਂ ਜਿਹੜਾ ਹੈਗਾ ਗੁਰੂ ਮਿਲ ਗਏ, ਬ੍ਰਹਮ ਗਿਆਨ ਮਿਲ ਗਿਆ ਆਪਾਂ ਨੂੰ। ਹੁਣ ਅਗਲੀ ਕਾਰਵਾਈ ਇਸ ਤੋਂ ਅੱਗੇ ਕਰਨੀ ਆਪਾਂ ਨੇ, ਉਹਦੇ ਵਾਸਤੇ ਭਾਈ ਆਪਾਂ ਦੇਰ ਨਾ ਕਰੀਏ। ਹਾਂਜੀ ਵੀਰ ਜੀ। ਹਾਂ, ਇਸ ਕਰਕੇ ਆਪਣੇ ਆਪ ਲਈ ਕਰੋ। ਇਹ ਗਰੁੱਪ 'ਚ ਕਈ ਆਏ, ਕਈ ਭੱਜ ਗਏ। ਇਹ ਕੋਈ ਮੇਰੇ ਵਿਆਹ ਦਾ ਕੋਈ ਭੰਗੜਾ ਨਹੀਂ ਪਾਉਣਾ, ਕਹੀਂ ਕਿਸੇ ਕੋ ਤਰਲੇ ਮਾਰੀ। ਇਹ ਤੁਹਾਡੀ ਜ਼ਿੰਦਗੀ ਆ। ਇਹ ਨਾ ਤਾਂ ਤੁਸੀਂ ਮੇਰੇ ਲਈ ਕਰਨਾ ਹੈ ਤੇ ਨਾ ਨਿੱਜਰ ਸਾਹਿਬ ਲਈ ਕਰਨਾ ਹੈ।
ਇਹ ਹਰ ਇੱਕ ਬੰਦੇ ਨੇ ਇਸ ਸਫ਼ਰ ਨੂੰ ਖੁਦ ਪੂਰਾ ਕਰਨਾ ਹੈ। ਇਹੋ ਹੀ ਸੱਚ ਆ। ਹਾਂ, ਕੋਈ ਭੈਣ ਭਰਾ ਦਾ ਕੋਈ ਫੰਕਸ਼ਨ ਆ, ਕੋਈ ਵਿਆਹ ਸ਼ਾਦੀ ਆ, ਕੋਈ ਸਗਨ ਵਿਆਹ ਆ, ਉੱਥੇ ਆਪਾਂ ਕਿਸੇ ਦਾ ਮਤਲਬ ਹੋ ਸਕਦਾ ਕਿ ਆਪਾਂ ਕਿਸੇ ਨੂੰ ਫੇਵਰ ਕਰਦੇ ਹਾਂ, ਕਿਸੇ ਦੀ ਹੈਲਪ ਕਰਦੇ ਹਾਂ, ਉੱਥੇ ਜਾਂਦੇ ਹਾਂ, ਉਹਦੇ ਘਰ ਦੀ ਰੌਣਕ ਵਧਾਉਂਦੇ ਹਾਂ। ਪਰ ਇਹ ਜਿਹੜਾ ਫੈਸਲਾ ਹੈ ਇਹ ਤੁਹਾਡਾ ਹੋਣਾ ਚਾਹੀਦਾ। ਤੁਸੀਂ ਕਦੇ ਨਹੀਂ ਸੋਚਣਾ ਕਿ ਨਿੱਜੇ ਸਾਹਿਬ ਲਈ ਬੈਠੇ ਜੋ ਜਾਂ ਮੇਰੇ ਲਈ ਬੈਠੇ ਜੋ। ਇਹ ਸੋਚੋ ਕਿ ਮੈਂ ਆਪਣੇ ਜੀਵਨ ਤੇ ਰੋਸ਼ਨੀ ਪਾ ਰਿਹਾ। ਹੁਣ ਤੁਸੀਂ ਇਹ ਜਿੰਨੀਆਂ ਵੀ ਗੱਲਾਂ ਹੀ ਕਰਦੇ ਆ, ਉਸ ਟਾਈਮ ਸੇਮ ਟਾਈਮ ਤੇ ਤੁਹਾਡੀ ਬੁੱਧੀ ਕੀ ਕਰ ਰਹੀ ਆ, ਉਹਨੂੰ ਸੈਲਫ ਐਨਾਲਾਈਜ਼ ਕਰਦੀ, ਉਹਨੂੰ ਵੇਖਦੀ ਹੈ ਕਿ ਇਹ ਗੱਲਾਂ ਮੇਰੇ ਜੀਵਨ 'ਚ ਕਿੰਨੀਆਂ ਸਹੀ ਨੇ, ਕਿੰਨੀਆਂ ਗਲਤ ਨੇ। ਨਾਲ ਨਾਲ ਤੁਹਾਡੇ ਅੰਦਰ ਇੱਕ ਪ੍ਰੋਗਰਾਮਿੰਗ ਚੱਲ ਰਹੀ ਹੈ, ਉਹਦੇ ਵਿੱਚ ਫਿਰ ਜਿੱਥੇ ਜਿੱਥੇ ਕਮੀਆਂ ਪੇਸ਼ ਨੇ ਤੁਹਾਡੀ ਬੁੱਧੀ ਉੱਥੇ ਉਹਨੂੰ ਚੈੱਕ ਨੋਟ ਕਰ ਲੈਂਦੀ ਹੈ। ਕੱਲ ਨੂੰ ਤੁਸੀਂ ਕੋਈ ਕੰਮ ਕਰੋਗੇ ਨਾ, ਜਿਹੜੀ ਕਥਾ ਸੁਣੀ ਆ ਤੁਹਾਡਾ ਗੁੱਟ ਫੜੇਗੀ, ਤੁਹਾਨੂੰ ਰੋਕੇਗੀ। ਤੁਹਾਡੇ ਅੰਦਰ ਇੱਕ ਵਿਵੇਕ ਦੀ ਜਿਹੜੀ ਬਾਰ-ਬਾਰ ਜਿਹੜੀ ਗੱਲ ਹੋ ਰਹੀ ਹੈ, ਅੰਦਰ ਜਿਹੜੀ ਤੁਹਾਡੀ ਬੁੱਧੀ ਹੈ ਨਾ, ਇੱਕ ਤੇ ਕੁਬੁੱਧੀ ਹੈ, ਕੁਬੁੱਧੀ ਨੂੰ ਪਾਵਰਫੁਲ ਕਰੇਗੀ ਇਹ ਸੰਗਤ। ਹੌਲੀ ਹੌਲੀ ਕਰਕੇ ਫਿਰ ਜਿਹੜੀ ਬੁੱਧੀ ਜਿਹੜੀ ਆ ਉਹ ਪਾਵਰਫੁਲ ਹੋ ਜਾਏਗੀ ਤੇ ਕੁਬੁੱਧੀ ਜਿਹੜੀ ਕਮਜ਼ੋਰ ਹੋ ਜਾਏਗੀ, ਕਿਉਂਕਿ ਉਹ ਜਸਟ ਢੱਕੀ ਗਈ ਆ, ਕਾਈ ਜੰਮ ਗਈ ਹੋਰ ਤੇ ਭਰਮ ਦੀ ਕਾਈ। ਫਿਰ ਜਦੋਂ ਕਾਈ ਹਟ ਗਈ ਨੈਚੁਰਲੀ ਤੁਹਾਨੂੰ ਅਸਲੀ ਚੀਜ਼ ਦਾ ਪਤਾ ਲੱਗ ਜਾਣਾ। ਤੇ ਇੱਥੇ ਇਹ ਸਮਝੀਏ ਅਗਲੀ ਤੁਕ ਨੇ ਜੈਸਾ ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕੁਛ ਮਰੇ ਨਾ ਜਾਏ। ਤੇ ਮਨ ਜਿਹੜਾ ਹੈ ਜੀ, ਮਨ ਜਦੋਂ ਫਿਰ ਆਤਮਾ ਨੂੰ ਜਾਣ ਲੈਂਦਾ ਹੈ ਤੇ ਉਹ ਫਿਰ ਗਤੀ ਬੰਦ ਕਰ ਦਿੰਦਾ, ਹੋਰ ਤੇ ਕੁਛ ਵੀ ਨਹੀਂ ਹੈਗਾ, ਮਨ ਹੀ ਜਾ ਜਾਂਦਾ ਹੈ। ਹਾਂ, ਹੁਣ ਗੋਰਖੀ ਸਾਹਿਬ ਦੇਖੋ ਕਿ ਦੂਸਰੇ ਦੇ ਮਨ ਨੂੰ ਮੈਂ ਕਿਵੇਂ ਮਨਾ ਸਕਦਾ ਹਾਂ? ਮਨ ਨੇ ਆਪਣੇ ਮਨ ਨੂੰ ਆਪਾਂ ਹੀ ਮਨਾਉਣਾ ਹੈ। ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੇ ਨਾ ਜਾਏ। ਨਾ ਕੋਈ ਮਰਦਾ ਨਾ ਕੋਈ ਜਾਂਦਾ, ਇਹ ਤਾਂ ਖੇਡ ਚਾਹੇ ਖੇਡ ਇਸੇ ਤਰ੍ਹਾਂ ਮਾਲਕ ਦੀ ਖੇਡ ਚੱਲ ਰਹੀ ਆ। ਇਹ ਜਿਹੜਾ ਹੈਗਾ ਇਹ ਪਰਪੰਚ ਜਿਹੜਾ ਚੱਲੀ ਜਾ ਰਿਹਾ। ਹਾਂ, ਔਰ ਇਹੀ ਗੱਲ ਸਾਡੀ ਹੈ ਨਾ, ਅਸੀਂ ਕਿਤੇ ਇਹ ਨਹੀਂ ਆ ਕਿ ਮੁੜ ਕੇ ਸਾਡੀ ਹੋਂਦ ਨਹੀਂ ਰਹਿ ਜਾਣੀ, ਤੁਸੀਂ ਬ੍ਰਹਮ ਲੀਨ ਹੋ ਜਾਣਾ ਵਾ। ਜਿੱਦਾਂ ਕਿ ਨਦੀ ਆ, ਹੁਣ ਨਦੀ ਦਾ ਪਾਣੀ ਸਮੁੰਦਰ 'ਚ ਗਿਆ, ਹੁਣ ਉਹ ਪਾਣੀ ਉਹ ਅਮਰ ਹੋ ਗਿਆ ਵਾ, ਉਹ ਸੇਮ ਪਾਣੀ ਨਹੀਂ ਬਾਹਰ ਆਉਣਾ। ਹੁਣ ਕੋਈ ਉੱਥੇ ਦੂਜੇ ਪਾਣੀ ਨਾਲ ਮਿਕਸ ਹੋ ਕੇ ਇੱਕ ਨਵਾਂ ਰੂਪ ਹੀ ਪ੍ਰਗਟ ਹੋ ਕੇ ਨਿਕਲੇਗਾ। ਇਸੇ ਤਰ੍ਹਾਂ ਜੇ ਤੁਸੀਂ ਬ੍ਰਹਮ ਲੀਨ ਹੋ ਗਏ, ਫਿਰ ਸਾਡਾ ਜਿਹੜਾ ਜੀਵਨ ਹੈ ਬਿਲਕੁਲ ਹੀ ਅਸੀਂ ਲੀਨ ਹੋ ਜਾਣਾ, ਅਸੀਂ ਮੁਕਤ ਹੋ ਜਾਣਾ। ਦੂਜਾ ਕੰਮ ਤੇ ਚੱਲਦਾ ਹੀ ਰਹਿਣਾ, ਉਹ ਪ੍ਰਕਿਰਤੀ ਥੋੜੀ ਬੰਦ ਹੋ ਚੱਲੀ ਹੈ। ਪ੍ਰਕਿਰਤੀ ਨੇ ਉਸੇ ਤਰ੍ਹਾਂ ਹੀ ਕੰਮ ਕਰਦੀ ਰਹਿਣਾ, ਕਿਉਂਕਿ ਮਨਮੁਖ ਜਿਹੜੇ ਆਉਂਦੇ ਜਾਂਦੇ ਰਹਿਣੇ ਆ, ਇਹ ਤੇ ਇੱਥੇ ਰੌਣਕਾਂ ਲੱਗੀਆਂ ਰਹਿਣੀਆਂ। ਸੋ ਇਹ ਗੱਲਾਂ ਦਾ ਧਿਆਨ ਰੱਖਿਆ ਕਰੋ। ਅਗਲੀ ਤੋਂ ਪੌੜੀ ਤੇ ਆ ਜਾਣਾ ਜੈਸਾ। ਹਾਂਜੀ ਪੌੜੀ ਹੁਣ ਦੇਖੋ, ਪਹਿਲਾਂ ਸਭ ਤੋਂ ਪਹਿਲਾਂ ਮਾਇਆ ਦੱਸੀ ਮਹਾਰਾਜ ਨੇ, ਮਾਇਆ ਤੇ ਮਮਤਾ। ਦੂਸਰਾ ਦੱਸਿਆ ਵੀ ਕੱਦ ਤੋਂ ਜਿਹੜਾ ਹੈਗਾ ਤੂੰ ਹੱਥ ਨਹੀਂ ਖੜਾ ਕਰ ਰਿਹਾ। ਹੁਣ ਜਿਹੜਾ ਹੈਗਾ, ਹੁਣ ਆਖਰੀ ਜਿਹੜੀ ਪੌੜੀ ਆ ਗਈ ਤੇ ਇਹਦੇ 'ਚ ਮਹਾਰਾਜ ਕਹਿ ਰਹੇ ਆ ਵੀ ਪਿਆਰਿਆ, ਤੈਨੂੰ ਆ ਸਰੀਰ ਤੇ ਆਤਮਾ ਜੀਵ ਜਿਹੜਾ ਦੋਨਾਂ ਦਾ ਸੰਜੋਗ ਹੋਇਆ ਹੈਗਾ, ਇਹ ਪਿਆਰਿਆ ਬਹੁਤ ਰੇਅਰ ਹੈਗਾ, ਬਹੁਤ ਰੇਅਰ ਹੈਗਾ। ਪੌੜੀ ਕਾਇਆ ਕੋਟ ਅਪਾਰ ਹੈ। ਇੰਨਾ ਸੋਹਣਾ ਕਿਲਾ ਤੈਨੂੰ ਮਿਲਿਆ ਹੋਇਆ ਹੈ, ਇਹ ਨਿਕਲਣ ਦਾ ਰਸਤੇ ਤੇਰੇ ਲਈ ਸੰਜੋਗ ਬਣ ਗਿਆ ਪਾਏ। ਮਿਲਣਾ ਸੰਜੋਗੀ, ਆ ਮਨੁੱਖੀ ਜੂਨ ਮਿਲਣੀ, ਮਨੁੱਖੀ ਸਰੀਰ ਮਿਲਣਾ, ਇਹ ਕਿਤੇ ਜਿਹੜਾ ਹੈਗਾ ਐਵੇਂ ਹੀ ਪਿਆ ਹੈ। ਕਾਇਆ ਕੋਟ ਅਪਾਰ ਹੈ, ਮਿਲਣਾ ਸੰਜੋਗੀ। ਇਹਦੇ ਅੰਦਰ ਕੀ ਆ? ਕਾਇਆ ਅੰਦਰ ਆਪ ਵਸ ਰਿਹਾ, ਆਪੇ ਰਸ ਭੋਗੀ। ਇਹਦੇ ਅੰਦਰ ਤੋਂ ਆਤਮਾ ਹੈਗੀ ਆ, ਮਾਲਕ ਪਰਮਾਤਮਾ ਹੈਗਾ, ਵਸ ਰਿਹਾ ਹੈ। ਉਹ ਤਾਂ ਹਮੇਸ਼ਾ ਜਾਂਦਾ ਹੀ ਨਹੀਂ ਹੈ। ਜਦ ਤੱਕ ਤੇਰਾ ਸਰੀਰ, ਜਦ ਤੱਕ ਸਰੀਰ ਹੈਗਾ ਤਦ ਤੱਕ ਮਾਲਕ ਇਹਦੇ ਅੰਦਰ ਹੀ ਹੈ। ਉਹ ਰਸ ਸਾਰੇ ਉਹ ਹੀ ਭੋਗ ਰਿਹਾ ਹੈ। ਰਸ ਮਨ ਜਿਹੜਾ ਹੈਗਾ, ਮਨ ਦੇ ਥਰੂ ਜਿਹੜਾ ਹੈਗਾ ਇਹ ਸਾਰੀ ਕਾਰਵਾਈ ਹੋ ਰਹੀ ਹੈ। ਮਨ ਦੇ ਕੋਲ ਕੰਟਰੋਲ ਆਇਆ ਪਿਆ ਹੈ। ਕਾਇਆ ਅੰਦਰ ਆਪ ਵਸ ਰਿਹਾ, ਆਪੇ ਰਸ ਭੋਗੀ। ਆਪ ਅਤੀਤ ਅਲਿਪਤ ਹੈ, ਨਿਰਜੋਗ ਹਰ ਜੋਗੀ। ਕਹਿੰਦੇ ਉਹ ਤਾਂ ਅਤੀਤ ਹੈ, ਅਲਿਪਤ ਹੈਗਾ। ਆਤਮਾ ਨਹੀਂ ਮਲੀਨ ਹੁੰਦੀ। ਆਪ ਅਤੀਤ ਅਲਿਪਤ ਹੈ, ਨਿਰਜੋਗ ਹੈ। ਉਹ ਕਿਸੇ ਦੇ ਨਾਲ ਜੁੜਿਆ ਹੋਇਆ ਨਹੀਂ ਹੈਗਾ। ਹਰ ਜੋਗੀ, ਉਹ ਤਾਂ ਪਰਮੇਸ਼ਰ ਆ। ਆਪ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ, ਉਹ ਰਮਤਾ ਜੋਗੀ ਆ। ਉਹ ਸਰੀਰ ਛੱਡ ਕੇ ਹੋ ਜਾਂਦੀ ਹੈ। ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੋ ਹੋਗੀ। ਜੋ ਮਾਲਕ ਪਰਮਾਤਮਾ ਚਾਹੁੰਦਾ ਆ ਉਹ ਕਰਦਾ ਆ, ਉਹੀ ਹੋਣਾ ਆ, ਉਹੀ ਹੁੰਦਾ ਹੈ। ਇਸ ਕਰਕੇ
ਇਹ ਜਿਹੜਾ ਸੰਜੋਗ ਬਣਿਆ ਹੋਇਆ ਆ, ਹਰ ਗੁਰਮੁਖ ਨਾਮ ਤੇ ਆਈਏ ਲਹਿ ਜਾਏ ਵਿਜੋਗੀ। ਤੇ ਗੁਰੂ ਦੇ ਰਾਹੀਂ ਨਾਮ ਧਿਆਨ ਸਿਮਰਨ ਕਰ ਲਾ ਪਿਆਰਿਆ, ਸਹਿਜ ਸਮਾਧੀ ਦੇ ਵਿੱਚ ਚਲੇ ਜਾ ਤੇ ਆਤਮ ਦਰਸ਼ਨ ਕਰ ਲਾ। ਤੇਰਾ ਵਿਜੋਗ ਜਨਮਾਂ ਜਨਮਾਂ ਤੋਂ ਵਿਛੜਿਆ ਹੋਇਆ ਆ, ਇਹ ਤੇਰਾ ਵਿਜੋਗ ਖਤਮ ਹੋ ਜਾਏਗਾ ਪਿਆਰਿਆ, ਮਿਲਾਪ ਹੋ ਜਾਏਗਾ। ਹਾਂਜੀ ਵੀਰ ਜੀ। ਹਾਂਜੀ, ਬਾਣੀ 'ਚ ਫੇਰ ਕਹਿ ਰਹੇ ਨੇ, ਪੌੜੀ 'ਚ ਕਹਿੰਦੇ ਨੇ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ। ਹੁਣ ਦੇਖੋ ਸੰਜੋਗ ਦੀ ਗੱਲ ਹੈ। ਹੁਣ ਇੱਕ ਚੀਜ਼ ਨੂੰ ਦੇਖੋ, ਆਪ 3 ਚੀਜ਼ਾਂ ਗ੍ਰੰਥਾਂ ਦੇ ਵਿੱਚ ਲਿਖੀਆਂ ਨੇ, ਬਹੁਤ ਬੜੀਆਂ ਇੰਪੋਰਟੈਂਟ ਨੇ। ਸਭ ਤੋਂ ਪਹਿਲਾਂ ਮਨੁੱਖਾ ਸਰੀਰ, ਉਸ ਤੋਂ ਬਾਅਦ ਮਨ ਦੇ ਵਿੱਚ ਇੱਛਾ ਕਿ ਮਨ ਮਾਨਿਆ ਤੇ ਤੋ ਹਰ ਜਾਣਿਆ। ਜਦ ਤੱਕ ਤੁਹਾਡਾ ਮਨ ਨਹੀਂ ਮੰਨੇਗਾ ਨਾ, ਤੁਸੀਂ ਰੱਬ ਨੂੰ ਕਿਤੇ ਨਹੀਂ ਮਿਲ ਸਕਦੇ। ਯੂ ਕੈਨੋਟ, ਤੁਸੀਂ ਉਹਦੇ ਨਾਲ ਲੜ ਨਹੀਂ ਸਕਦੇ, ਉਹਨੂੰ ਕਨਵਿੰਸ ਕਰਨਾ ਪੈਣਾ। ਬਾਣੀ ਦੇ ਵਿੱਚ ਕੀ ਕਰ ਰਹੇ ਆ ਆਪਾਂ? ਉਹਦੀ ਕਨਵਿੰਸ, ਉਹਦੀ ਕਾਉਂਸਲਿੰਗ ਹੋ ਰਹੀ ਹੈ। ਉਹਨੂੰ ਜਿੱਦਾਂ ਕੋਈ ਤੁਸੀਂ ਵੇਖਿਆ ਨਹੀਂ, ਤੁਸੀਂ ਕੋਈ ਰਿਸ਼ਤੇਦਾਰ ਲੜ ਪੈਂਦੇ ਨੇ, ਫਿਰ ਆਪਾਂ ਬੰਦੇ ਪੈਂਦੇ ਨੇ, ਰਿਸ਼ਤੇਦਾਰ ਪੈਂਦੇ ਨੇ, ਉਹ ਰਿਸ਼ਤੇਦਾਰ ਪੈਂਦੇ ਨੇ ਜਿਨ੍ਹਾਂ ਦਾ ਇੱਕ ਦੂਜੇ ਕਹਿਣਾ ਮੰਨਦੇ। ਫਿਰ ਉਹਨਾਂ ਨੂੰ ਬਾਰ-ਬਾਰ ਗੱਲ ਸਮਝਾਈਦੀ ਹੈ ਕਿ ਬਈ ਏਦਾਂ ਨਾ ਕਰੋ, ਏਦਾਂ ਨਾ ਕਰੋ। ਫਿਰ ਇੱਕ ਸਮਾਂ ਆਉਂਦਾ ਉਹ ਰਾਜੀਨਾਮਾ ਕਰ ਲੈਂਦੇ। ਠੀਕ ਹੈ ਜੀ। ਇਸੇ ਤਰ੍ਹਾਂ ਆ ਜਿਹੜਾ ਸੰਜੋਗ ਬਣਿਆ, ਫਿਰ ਸਭ ਤੋਂ ਉੱਪਰ ਹੈ ਸੰਗਤ। ਹੁਣ ਆਪਾਂ ਨੂੰ ਉਹ ਬ੍ਰਹਮ ਗਿਆਨੀ ਦੀ ਸੰਗਤ ਮਿਲ ਰਹੀ ਹੈ, ਜਿਹੜੀ ਇਸ ਭੇਦ ਨੂੰ ਜਾਣਦੀ ਆ। ਉਹ ਜਿਨ੍ਹਾਂ ਨੇ ਆਪ ਮੁਕਤ, ਆਪਣੇ ਆਪ ਨੂੰ ਮੁਕਤ ਕੀਤਾ ਤੇ ਸਾਨੂੰ ਵੀ ਮੁਕਤ ਕਰਨ ਦੇ ਲਈ ਉਹਨਾਂ ਨੇ ਲਿਖਤਾਂ ਦਿੱਤੀਆਂ ਨੇ। ਫਿਰ ਉਹ ਕਹਿੰਦੇ ਨੇ ਕਿ ਇਹ ਜਿਹੜਾ ਇਹ ਸੰਜੋਗੀ ਮਿਲਣਾ ਹੈ, ਸਭ ਕੁਛ ਮਿਲ ਗਿਆ। ਆਪਾਂ ਨੂੰ ਸਰੀਰ ਮਿਲ ਗਿਆ ਤੇ ਉਸ ਤੋਂ ਬਾਅਦ 2 ਚੀਜ਼ਾਂ ਵੀ ਮਿਲ ਗਈਆਂ। ਹਾਂਜੀ, ਤੁਹਾਡਾ ਮਾਈਕ ਜਿਹੜਾ ਨਾ ਗੁਰਪ੍ਰੀਤ, ਆਵਾਜ਼ ਨਹੀਂ ਸਹੀ ਆ ਰਹੀ? ਨਹੀਂ, ਉਹਦੀ ਬੈਟਰੀ ਖਤਮ ਨਾ ਹੋ ਗਈ ਹੋਵੇ ਕਿਤੇ, ਮਿਊਟ ਹੋਣਾ ਸ਼ੁਰੂ ਹੋ ਗਿਆ ਸੀ। ਹਾਂਜੀ, ਹੁਣ ਵੀ ਮਿਊਟ ਹੋ ਰਿਹਾ? ਨਹੀਂ, ਹੁਣ ਚੱਲ ਰਿਹਾ। ਹੁਣ ਠੀਕ ਹੈ ਜੀ, ਚੱਲ ਰਿਹਾ। ਹਾਂ ਠੀਕ ਆ, ਜੇ ਹੋਵੇ ਤੇ ਪਲੀਜ਼ ਦੱਸਿਆ। ਫਿਰ ਅਗਲੇ ਬੰਨੇ ਨਿਜ ਸਭ ਅਗਲੀ ਤੁਕ ਬੋਲੋ, ਕਾਇਆ ਅੰਦਰ ਆਪ ਵਸ ਰਿਹਾ ਆਪੇ ਰਸ ਭੋਗੀ। ਆ ਵੇਖੋ ਕਿੰਨੀ ਗੁੰਝਲ ਦੀ ਗੱਲ ਕਰ ਗਏ, ਕਿੰਨੀ ਕਿ ਕਾਇਆ ਦੇ ਵਿੱਚ ਖੁਦ ਬੈਠਾ ਹੈ ਉਹ ਬ੍ਰਹਮ। ਇਹ ਕੱਲ ਵੀ ਪਤਾ ਨਹੀਂ ਪਰਸੋਂ ਵੀ ਆਪਾਂ ਵਿਚਾਰ ਕੀਤੀ ਸੀ, ਤੁਸੀਂ ਮਾਇਆ ਨੂੰ, ਪ੍ਰਕਿਰਤੀ ਨੂੰ, ਸਭ ਨੂੰ ਪਿੱਛੇ ਕਰ ਦੋ, ਬਾਕੀ ਕੀ ਰਹਿ ਗਿਆ? ਬਾਕੀ ਬ੍ਰਹਮ ਰਹਿ ਗਿਆ। ਬ੍ਰਹਮ ਇਹ ਪਰਮਾਤਮਾ ਹੀ ਹੈ ਸਾਰਾ, ਹੋਰ ਕੋਈ ਵੱਖਰਾ ਨਹੀਂ ਹੈਗਾ। ਤੁਸੀਂ ਮੈਂ ਇਹ ਸਭ ਆਪਾਂ ਉਹਦੇ ਚੋਂ ਹੀ ਆਏ ਆ, ਚਾਹੇ ਪ੍ਰਕਿਰਤੀ ਦੇ ਥਰੂ ਪੈਦਾ ਹੋਏ ਆ ਨਾ, ਆਖਰ ਦੇ ਵਿੱਚ ਇਹ ਪਰਮਾਤਮਾ ਹੀ ਆ। ਉਹ ਗੁਪਤ ਰੂਪ ਦੇ ਵਿੱਚ ਏਦਾਂ ਹੀ ਘੁੰਮ ਰਿਹਾ ਹੈ। ਔਰ ਆਪ ਹੀ ਜਦੋਂ ਇਹਨੇ ਮਾਇਆ ਦਾ ਰਚਨਾ ਕੀਤੀ ਹੈ, ਫਿਰ ਮਾਇਆ ਦੇ ਨਾਲ ਇਹਦਾ ਮੋਹ ਪੈ ਗਿਆ ਪਰਮਾਤਮਾ ਦਾ। ਇੱਕ ਚੀਜ਼ ਆਪ ਅੰਡਰਸਟੈਂਡ ਕਰੋ, ਕੋਈ ਚੀਜ਼ ਨਹੀਂ ਖੁਦ ਬਣਾਈ, ਮੁੜ ਕੇ ਤੁਹਾਡਾ ਮੋਹ ਨਹੀਂ ਪੈ ਜਾਂਦਾ। ਜਿੱਦਾਂ ਬੱਚਿਆਂ ਦੇ ਬੱਚੇ ਪੈਦਾ ਹੁੰਦੇ ਆ ਤੇ ਬੱਚਿਆਂ ਦੇ ਨਾਲ ਮਾਂ-ਬਾਪ ਦਾ ਕਿੰਨਾ ਮੋਹ ਪੈ ਜਾਂਦਾ, ਫਿਰ ਉਹ ਮੋਹ ਦੇ ਵਿੱਚ ਹੀ ਚੱਲੀ ਜਾਂਦੇ। ਇਸੇ ਤਰ੍ਹਾਂ ਪਰਮਾਤਮਾ ਨੇ ਹੀ ਸੰਸਾਰ ਨੂੰ ਰਚਿਆ ਹੈ, ਆਪ ਹੀ ਭੋਗ ਰਿਹਾ ਹੈ। ਇਹ ਬਿਲਕੁਲ ਸੱਚ ਹੈ, ਕਿਉਂਕਿ ਚਾਹੇ ਕੀੜੀ ਦੇ ਰੂਪ ਚ ਤੁਰਿਆ ਫਿਰਦਾ, ਚਾਹੇ ਚਰਨਜੀਤ ਦੇ ਰੂਪ ਚ, ਜਾਂ ਨਿੱਜਰ ਸਾਹਿਬ ਦੇ ਰੂਪ ਚ, ਜਾਂ ਤੁਹਾਡੇ ਰੂਪ ਚ, ਚਾਹੇ ਹਾਥੀ ਦੇ ਰੂਪ ਚ, ਹੈ ਤੇ ਬ੍ਰਹਮ ਹੀ ਆ। ਕਿਉਂਕਿ ਬ੍ਰਹਮ ਤੋਂ ਬਿਨਾਂ ਹੋਰ ਕੁਛ ਨਹੀਂ ਜਾਏਗਾ। ਇਹ ਚੀਜ਼ ਨੂੰ ਆਪ ਹੀ ਸਮਝੋ। ਬਾਣੀ ਕਹਿੰਦੀ ਹੈ ਚੋਰ ਵੀ ਪਰਮਾਤਮਾ ਹੀ ਹੈ ਤੇ ਠੱਗ ਵੀ ਪਰਮਾਤਮਾ ਹੈ, ਸਿਪਾਹੀ ਵੀ ਫਿਰ ਪਰਮਾਤਮਾ ਹੀ ਬਣ ਜਾਂਦਾ, ਜੱਜ ਵੀ ਪਰਮਾਤਮਾ ਹੀ ਬਣ ਜਾਂਦਾ। ਹਰ ਜਗ੍ਹਾ ਤੇ ਪਰਮਾਤਮਾ ਹੈ, ਕਿਉਂਕਿ ਇਹ ਜਿਹੜੇ ਜਿੰਨੇ ਵੀ ਹੈਗੇ ਨਾ, ਇਹਨਾਂ ਦੇ ਪਿੱਛੇ ਜਿਹੜੀ ਸ਼ਕਤੀ ਹੈ ਨਾ, ਜਿਹੜੀ ਸ਼ਕਤੀ ਮਿਲਦੀ ਆ, ਜਿਹਨੂੰ ਆਤਮਾ ਕਹਿ ਦਿੰਦੇ ਆ, ਹਰ ਇੱਕ ਨੂੰ ਸ਼ਕਤੀ ਜਿਹੜੀ ਆਤਮਾ ਤੋਂ ਮਿਲਦੀ ਹੈ। ਬਾਕੀ ਜਦੋਂ ਆਤਮਾ ਤੋਂ ਸ਼ਕਤੀ ਮਿਲਦੀ ਹੈ ਤੇ ਪਰਮਾਤਮਾ ਤੋਂ ਮਿਲਦੀ ਹੈ ਸ਼ਕਤੀ, ਪਰ ਜੀਵ ਕੀ ਕਰਦਾ ਕਿ ਆਪਣੀ ਇੱਛਾ ਅਨੁਸਾਰ ਕੀ ਕਰਦਾ ਹੈ ਕਿ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦਾ ਹੈ। ਫਿਰ ਆਤਮਾ ਦੇ ਨਾਲੋਂ ਹੌਲੀ ਹੌਲੀ ਕਰਕੇ ਇਹਦਾ ਸੰਪਰਕ ਟੁੱਟ ਜਾਂਦਾ। ਫਿਰ ਜਦੋਂ ਆਤਮਾ ਨੂੰ ਸੰਪਰਕ ਟੁੱਟ ਗਿਆ, ਫਿਰ ਤੁਹਾਡੇ ਜੀਵਨ 'ਚ ਹਨੇਰਾ ਆ ਜਾਏ। ਹੈ ਬ੍ਰਹਮੀ ਆ। ਆਖਰ ਤੇ ਜਦੋਂ ਨਿਰਮਲ ਹੋ ਗਏ ਨਾ ਤੁਸੀਂ, ਜਿੱਦਾਂ ਕਬੀਰ ਸਾਹਿਬ ਜੀ ਕਹਿ ਰਹੇ ਨਾ ਕਿ ਮੈਂ ਜਦੋਂ ਭਗਤੀ ਕੀਤੀ, ਹੌਲੀ ਹੌਲੀ ਕਰਕੇ ਮੇਰਾ ਮਨ ਨਿਰਮਲ ਹੋ ਗਿਆ, ਜੈਸੇ ਗੰਗਾ ਨੀਰ, ਜਿੱਦਾਂ ਗੰਗਾ ਦਾ ਨੀਰ ਹੈ ਨਾ ਨਿਰਮਲ ਹੋ ਜਾਂਦਾ, ਉਸੇ ਤਰ੍ਹਾਂ ਹੀ ਜਦੋਂ ਮੈਂ ਇਹ ਕਾਈ ਭਰਮ ਦੀ ਕਾਈ ਉਤਾਰ ਦਿੱਤੀ ਭਗਤੀ ਕਰ ਕਰਕੇ, ਤੇ ਮਨ ਮੇਰਾ ਨਿਰਮਲ ਹੋ ਗਿਆ। ਫਿਰ ਪਾਛੇ ਲਾਗੇ ਹਰ ਫਿਰੇ ਕਾਹਿਦ ਕਬੀਰ ਕਬੀਰ,
ਫਿਰ ਪਰਮਾਤਮਾ ਹੀ ਤੇ ਪ੍ਰਗਟ ਹੋ ਗਿਆ। ਫਿਰ ਆਖਰ ਤੇ ਗੱਲ ਹੈ ਕਿ ਜਦ ਤੱਕ ਮਲੀਨਤਾ ਹੈਗੀ ਆ ਤਦ ਤੱਕ ਆਪਾਂ ਹੈਗੇ ਆ। ਜਦੋਂ ਅਸੀਂ ਮਲੀਨਤਾ ਨੂੰ ਨਸ਼ਟ ਕਰ ਲਿਆ ਭਗਤੀ ਦੇ ਨਾਲ, ਫਿਰ ਬ੍ਰਹਮ ਹੀ ਰਹਿ ਜਾਣਾ ਹੈ। ਨਿਜਸਾ ਫਿਰ ਸ਼ੁੱਧ ਬ੍ਰਹਮ ਹੈ, ਉਹ 'ਚ ਤੇ ਮਿਲਾਵਟ ਕੋਈ ਹੈ ਨਹੀਂ। ਬਿਲਕੁਲ ਸਹੀ ਹੈ ਜੀ। ਪਰ ਜਿੱਥੇ ਭਰਮ ਹੈਗਾ ਜੇ ਉੱਥੇ ਆਪਾਂ ਜੇ, ਉੱਥੇ ਬ੍ਰਹਮ ਨਹੀਂ ਜਾਏਗਾ ਉੱਥੇ, ਕਿਉਂਕਿ ਅਸੀਂ ਕਰਤਾ ਬਣ ਗਏ ਹੁਣ। ਔਰ ਜਦੋਂ ਅਸੀਂ ਖੁਦ ਕਰਾਂਗੇ ਕਰਤਾ ਬਣ ਗਏ ਤੇ ਫਿਰ ਉਹ ਆਪਣੇ ਕਰਮ ਦੀ ਜ਼ਿੰਮੇਵਾਰੀ ਮੇਰੀ ਹੋਵੇ, ਕਿਉਂਕਿ ਮੈਂ ਸਹਿਨ ਕਰ ਦਿੱਤੇ ਨਾ ਉੱਥੇ। ਤੇ ਫਿਰ ਅਗਲੇ ਬੰਨੇ ਬੋਲੋ ਨਿਜਸਾ ਆਪ ਅਤੀਤ ਅਲਿਪਤ ਹੈ, ਨਿਰਜੋਗ ਹਰ ਜੋਗੀ। ਦੇਖੋ ਹੁਣ ਫਿਰ ਦੁਬਾਰਾ ਉਹੀ ਗੱਲ ਕਹਿ ਰਹੇ, ਕਹਿੰਦੇ ਕਿ ਉਹ ਆਪ ਅਤੀਤ ਹੈਗਾ, ਅਲਿਪਤ ਹੈਗਾ ਜਿਹੜੇ, ਪਰ ਨਿਰਜੋਗ ਹੈਗਾ, ਕਿਸੇ ਨਾਲ ਜੁੜਿਆ ਨਹੀਂ ਹੈ, ਮਤਲਬ ਮੋਹ ਨਹੀਂ ਹੈ ਉਹਨੂੰ, ਕੋਈ ਮੋਹ ਨਹੀਂ ਹੈ ਉਹਦੇ ਅੰਦਰ। ਹਰ ਜੋਗੀ, ਪਰ ਜਿਹੜਾ ਹੈਗਾ ਜੁੜਿਆ ਵੀ ਹੈਗਾ। ਕਹਿੰਦੇ ਉਹ ਮਾਲਕ ਪਰਮਾਤਮਾ ਆਤਮਾ ਜਿਹੜੀ ਹੈਗੀ ਇਹ ਜੀਵ ਦੇ ਰੂਪ ਦੇ ਵਿੱਚ ਜੁੜੀ ਹੋਈ ਹੈ ਭਾਈ, ਪਦਾਰਥਾਂ ਦੇ ਨਾਲ, ਇਹ ਮੋਹ ਦੇ ਨਾਲ, ਸੁਆਦਾਂ ਦੇ ਨਾਲ ਹੈ। ਉਹ ਜਿਹੜੀ ਅਤੀਤ ਆ, ਅਲਿਪਤ ਹੈਗੀ ਆ, ਨਿਰਜੋਗ ਹੈਗੀ ਆ। ਬਸ ਐਸੇ ਨੂੰ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਇਹ ਗਿੱਦੜ ਬਣੇ ਹੋਏ ਆ, ਸ਼ੇਰ ਬਣਨਾ ਹੈ ਭਾਈ। ਆਪਾਂ ਅਸਲੀ ਜਿਹੜਾ ਹੈਗਾ ਆਪਣਾ ਰੂਪ ਜਿਹੜਾ ਹੈਗਾ ਉਹਨੂੰ ਪ੍ਰਗਟ ਕਰਨਾ ਹੈ। ਹਾਂਜੀ ਵੀਰ ਜੀ। ਹਾਂਜੀ, ਅਸਲੀ ਰੂਪ ਸਾਡਾ ਹੈ ਕਿ ਅਸੀਂ ਪਵਿੱਤਰ ਹਾਂ। ਬਸ ਅਸੀਂ ਮਲੀਨ ਨਹੀਂ ਹੈਗੇ, ਬਿਲਕੁਲ ਮਲੀਨ ਨਹੀਂ ਹੈਗੇ। ਐਨੇ ਪਵਿੱਤਰ ਆ ਕਿ ਅਸੀਂ ਪਰਮਾਤਮਾ ਦੀ ਅੰਸ਼ ਹੈ, ਔਰ ਉਹਦੀ ਅੰਸ਼ ਜਿਹੜੀ ਆ ਉਹ ਮਲੀਨ ਨਹੀਂ ਹੈਗੀ। ਪਰ ਕੀ ਹੈ ਕਿ ਅਸੀਂ ਮਾਇਆ ਦੇ ਵਿੱਚ ਜਦੋਂ ਸਾਨੂੰ ਸੁੱਟਦੀ ਹੈ ਪ੍ਰਕਿਰਤੀ, ਫਿਰ ਸਾਨੂੰ ਪੁਆਂਟਰੀ ਦੇ ਦਿੰਦੀ ਹੈ। ਜਿੱਦਾਂ ਉਹ ਪਿੰਡਾਂ ਦੇ ਵਿੱਚ ਕਹਿੰਦਾ ਗੇਮ ਹੁੰਦੀ ਆ, ਅੱਖ ਤੇ ਪੱਟੀ ਬੰਨ੍ਹ ਦਿੰਦੇ ਆ, ਫਿਰ ਇੱਕ ਬੰਦਾ ਫੜ ਕੇ ਤੇ ਉਹਨੂੰ ਘੁਮਾਈ ਕੇ ਤੇ ਛੱਡ ਦਿੰਦਾ, ਲਓ ਜੀ ਘੁਮਾਓ। ਹੁਣ ਉਹਨੂੰ ਲੱਭਣਾ ਤੇ ਕਹਿੰਦੇ ਉਹ ਉਹਨੂੰ ਤੇ ਪਤਾ ਹੀ ਨਹੀਂ, ਕਿਉਂਕਿ ਪਹਿਲਾਂ ਡਾਟਾ ਹੈਗਾ ਸੀ, ਹੁਣ ਡਾਟਾ ਨਹੀਂ ਹੈਗਾ। ਹੁਣ ਡਾਟਾ ਨਹੀਂ ਹੈਗਾ ਤੇ ਫਿਰ ਉਹ ਸਾਡੇ ਅੰਦਰ ਬੁੱਧੀ ਨਹੀਂ ਨਾ ਹੈਗੀ ਕਿ ਅਸੀਂ ਤੇ ਜੀਵ ਹੈਗੇ ਆ, ਅਸੀਂ ਤੇ ਇੱਥੋਂ ਮੁਕਤ ਹੋਣਾ। ਫਿਰ ਉਹ ਜਿਹੜਾ ਸੰਸਾਰ, ਜਦੋਂ ਤੁਹਾਡਾ ਆਪਣਾ ਜਿਹੜਾ ਗਿਆਨ ਵੱਧਦਾ ਹੈ, ਅੱਖਾਂ ਤੁਹਾਡੀਆਂ ਖੁੱਲਦੀਆਂ। ਪਹਿਲਾਂ ਤੁਸੀਂ ਛੋਟੇ ਬੱਚੇ ਹੁੰਦੇ ਹੋ, ਫਿਰ ਆਲੇ ਦੁਆਲੇ ਵਹਿੰਦੇ ਹੋ। ਸਭ ਤੋਂ ਪਹਿਲਾਂ ਮੋਹ ਤੁਹਾਨੂੰ ਪੈਂਦਾ ਖਾਣ ਦੇ ਨਾਲ, ਕਿ ਜਦੋਂ ਭੁੱਖ ਲੱਗੀ ਤੁਸੀਂ ਚੀਜ਼ ਮੰਗੀ, ਮਾਂ ਨੇ ਪਿਆਤੀ, ਤੁਸੀਂ ਖਾ ਲਿਆ, ਸੌਂ ਲਿਆ। ਫਿਰ ਇੱਕ ਸਮਾਂ ਆਉਂਦਾ ਖਿਡੌਣਿਆਂ ਦੇ ਨਾਲ ਤੁਹਾਡਾ ਪਿਆਰ ਪੈ ਜਾਂਦਾ। ਫਿਰ ਖਿਡੌਣਿਆਂ ਦੇ ਵਿੱਚ ਫਿਰ ਤੁਸੀਂ ਵਹਿੰਦੇ ਜੋ, ਫਿਰ ਤੁਸੀਂ ਵਹਿੰਦੇ ਆਹ ਖਿਡੌਣਾ ਮੇਰਾ ਹੈ। ਫਿਰ ਦੂਜਿਆਂ ਨਾਲ ਤੁਸੀਂ ਸ਼ੇਅਰ ਨਹੀਂ ਕਰਦੇ, ਖੁਦ ਉੱਤੇ ਕਬਜ਼ਾ ਕਰ ਲੈਂਦੇ। ਇਸੇ ਤਰ੍ਹਾਂ ਫਿਰ ਹੌਲੀ ਹੌਲੀ ਕਰਕੇ ਤੁਹਾਡੀਆਂ ਡਰੈਸਾਂ, ਤੁਹਾਡੀਆਂ ਕਿਤਾਬਾਂ, ਤੁਹਾਡੇ ਬੈਗ, ਫਿਰ ਇਸੇ ਤਰ੍ਹਾਂ ਬੰਦੇ ਦੇ ਨਾ ਅੰਦਰ ਬੜਾ ਬਣ ਜਾਂਦਾ ਹੈ ਕਿ ਇਹ ਮੇਰੀ ਚੀਜ਼ ਹੈ। ਤੇ ਹੁਣ ਨਿੱਕੇ ਨਿੱਕੇ ਬੱਚੇ ਆ, ਉਹ ਉਹਨਾਂ ਨੂੰ ਜਿੱਦਾਂ ਮਰਜ਼ੀ ਤੁਸੀਂ ਪੜ੍ਹਾ ਦਿਓ, ਉਹ ਬੱਚਿਆਂ ਨੇ ਉਹੀ ਕੁਝ ਸਿੱਖ ਲੈਣੀ, ਫਿਰ ਆਪਣੀ ਚੀਜ਼ ਦੇਣਗੇ ਨਹੀਂ ਕਿਸੇ। ਇਸੇ ਤਰ੍ਹਾਂ ਹੀ ਬੰਦਾ ਹੌਲੀ ਹੌਲੀ ਕਰਕੇ ਮੋਹ 'ਚ ਆ ਜਾਂਦਾ ਹੈ। ਫਿਰ ਸੰਸਾਰ ਦੇ ਵਿੱਚ ਕੇਵਲ ਉਹਨੂੰ ਆਪਣੇ ਸੁੱਖ ਹੀ ਦੇਖਦਾ, ਉਹ ਨਹੀਂ ਦੇਖਦਾ ਕਿ ਇਹ ਜਿਹੜੀ ਚੀਜ਼ ਮੇਰੀ ਨਹੀਂ ਆ, ਮੈਂ ਕਿਉਂ ਲਿਆ ਰਿਹਾ। ਔਰ ਜੀਵਨ 'ਚ ਪ੍ਰੋਬਲਮ ਕੀ ਸਾਡੇ? ਪ੍ਰੋਬਲਮ ਤੇ ਕੁਝ ਵੀ ਨਹੀਂ ਹੈ। ਬੰਦਾ ਆਪਣੇ ਹੱਕ ਤੇ ਆਪਣੀ ਇਨਕਮ ਤੇ ਸੰਤੁਸ਼ਟ ਨਹੀਂ ਹੈਗਾ। ਤੁਸੀਂ ਕਿਸੇ ਨੂੰ ਅਮੀਰ ਤੋਂ ਅਮੀਰ ਬੰਦੇ ਨੂੰ ਫੜ ਕੇ ਵੇਖੋ, ਉਹਨੂੰ ਕਹੋ, ਉਹਨੂੰ ਪੁੱਛੋ ਕਿ ਤੂੰ ਸੰਤੁਸ਼ਟ ਹੈ? ਉਹ ਕਹਿੰਦਾ ਨਹੀਂ, ਮੈਂ ਹੋਰ ਲਿਆਉਣਾ ਚਾਹੁੰਦਾ। ਬਾਣੀ ਤਾਈਓ ਤੇ ਕਹਿ ਕੇ ਗਈ ਹੈ, ਸਰਬ ਜਗਤ ਕਾ ਰਾਜਾ ਦੁਖੀ ਹੈ। ਸਾਰੇ ਸੰਸਾਰ ਦਾ ਜੇਕਰ ਰਾਜਾ ਵੀ ਕੀ ਹੈਗਾ ਤੇ ਦੁਖੀ। ਇਹ ਗੱਲ ਆਪ ਚੰਗੀ ਤਰ੍ਹਾਂ ਜਾਣਦੇ ਜੋ, ਆਪ ਨੈਟ ਤੇ ਚੈੱਕ ਕਰਕੇ ਵੇਖੋ ਇਹਨਾਂ ਲੋਕਾਂ ਦਾ ਜੀਵਨ, ਜਿਹੜੇ ਬਹੁਤ ਅਮੀਰ ਨੇ, ਬਹੁਤ ਦੁਖੀ ਨੇ ਵਿਚਾਰੇ, ਵੈਰੀ ਵੈਰੀ ਅਪਸੈਟ। ਤੁਹਾਡੇ ਤੋਂ ਕਈ ਵੱਧ ਗੁਣਾ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ। ਉਹਨਾਂ ਕੋਲ ਪੈਸਾ ਬਹੁਤ ਹੈ, ਪਰ ਉਹਨਾਂ ਦੀ ਸਮੱਸਿਆਵਾਂ ਦੇ ਹੱਲ ਨਹੀਂ ਹੈਗੇ ਨਾ। ਤੋ ਇਹ ਚੀਜ਼ ਨੂੰ ਆਪ ਸਮਝੋ, ਠੀਕ ਹੈ ਜੀ। ਤੇ ਪਰਮਾਤਮਾ ਜਿਹੜਾ ਹੈ ਉਹ ਆਪ ਅਲਪਿਤ ਹੈ, ਉਹਨੂੰ ਮਾਇਆ ਦਾ ਅਸਰ ਨਹੀਂ ਹੁੰਦਾ, ਪਰ ਮਾਇਆ ਉਹਦੇ ਥਰੂ ਹੀ ਕੰਮ ਕਰਦੀ ਹੈ। ਸ਼ਕਤੀ ਉਹਨੂੰ ਪਰਮਾਤਮਾ ਤੋਂ ਹੀ ਮਿਲਦੀ ਹੈ, ਹੋਰ ਕੋਈ ਸੋਰਸ ਆਫ એનર્ਜੀ ਤੇ ਹੈ ਹੀ ਨਹੀਂ। ਜਿੱਦਾਂ ਸੂਰਜ ਹੈ, ਇਹ ਸੂਰਜ ਦੀ ਮਿਹਰਬਾਨੀ ਨਾਲ ਹੀ ਆਪਣੀ ਧਰਤੀ ਤੇ ਫੁੱਲ, ਸਬਜ਼ੀਆਂ, ਘਾਹ, ਰੁੱਖ, ਇਹ ਸਭ ਇਹਦੇ ਕਰਕੇ ਉਗ ਰਹੇ ਨੇ, ਸੂਰਜ ਕਰਕੇ। ਤੇ ਸੂਰਜ ਜਿਹੜਾ ਹੈ ਉਹ ਮਤਲਬ ਕਿਸੇ ਨੂੰ ਕੱਲੇ ਨੂੰ ਉਠਾਉਣ ਨਹੀਂ ਜਾਂਦਾ ਕਿ ਉੱਠ ਤੈਨੂੰ ਮੈਂ ਵਿਟਾਮਿਨ ਡੀ ਦੇ ਦਾਂ ਜਾਂ ਤੈਨੂੰ ਮੈਂ ਧੁੱਪ ਦੇ ਦਾਂ। ਸੂਰਜ ਜਦੋਂ ਮਤਲਬ ਆਉਂਦਾ ਹੈ ਤੇ ਬਸ ਉਹਦੇ ਆਉਣ ਤੋਂ ਬਾਅਦ ਇਹ ਸਾਰੇ ਆਪਣੇ ਆਪ ਹੀ ਉਸ ਤੋਂ ਸ਼ਕਤੀ ਪ੍ਰਾਪਤ ਕਰਦੇ। ਔਰ ਸ਼ਕਤੀ ਉਹਨੂੰ ਮਿਲਦੀ ਆ ਜਿਹੜਾ ਸੂਰਜ ਦੇ ਸਾਹਮਣੇ ਆਉਂਦਾ, ਤੇ ਜਿਹੜਾ ਸੂਰਜ ਦੇ ਸਾਹਮਣੇ ਨਹੀਂ ਨਾ ਆਉਂਦਾ ਉਹਨੂੰ ਸ਼ਕਤੀ ਪ੍ਰਾਪਤ ਨਹੀਂ ਹੁੰਦੀ। ਇਸੇ ਤਰ੍ਹਾਂ ਆਤਮਾ ਹੈ, ਆਤਮਾ ਦੇ ਸਾਹਮਣੇ ਸਾਨੂੰ ਜਾਣਾ ਪਊਗਾ।
ਤਾਂ ਹੀ ਸਾਨੂੰ ਸੂਰਜ ਵਾਂਗੂ ਉਹਦੀ ਸ਼ਕਤੀ ਮਿਲੂਗੀ। ਜਿਹੜੀਆਂ ਆਪਣੀਆਂ ਬਾਹਾਂ ਨੰਗੀਆਂ ਹੁੰਦੀਆਂ ਨਾ, ਸਾਨੂੰ ਉੱਥੋਂ ਹੀ ਵਿਟਾਮਿਨ ਡੀ ਮਿਲਦਾ ਜੀ। ਜਿਹੜਾ ਸਰੀਰ ਕਵਰ ਹੁੰਦਾ ਉੱਥੇ ਕੋਈ ਵਿਟਾਮਿਨ ਡੀ ਨਹੀਂ ਮਿਲਦਾ। ਇਸ ਕਰਕੇ ਲੋਕੀ ਜਿਹੜੇ ਸੰਨਬਾਤ ਕਰਦੇ ਨਾ, ਕੱਪੜੇ ਲਾ ਕੇ ਕਰਦੇ। ਇਸੇ ਤਰ੍ਹਾਂ ਜਿਹੜਾ ਸਾਡਾ ਜਿਹੜਾ ਆਤਮਾ ਦੇ ਨਾਲ ਸੰਬੰਧ ਆ, ਉਹ ਡਾਇਰੈਕਟ ਹੋਣਾ ਚਾਹੀਦਾ। ਉਹਦੇ ਵਿੱਚ ਜੇਕਰ ਤੂੰ ਪਰਦਾ ਪਾ ਲਿਆ, ਕੱਪੜਾ ਪਾ ਲਿਆ, ਤੇ ਤੁਸੀਂ ਡਾਇਰੈਕਟ ਨਹੀਂ ਹੈਗੇ, ਜੇ ਤੁਸੀਂ ਇਨਡਾਇਰੈਕਟ ਹੋ ਗਏ, ਜੇ ਤੁਸੀਂ ਵਿੱਚ ਪਾਤਾ, ਬ੍ਰਿਜ ਪਾਤਾ, ਤੇ ਉਹਦੇ ਕਰਕੇ ਉਹ ਸਪਲਾਈ ਨਹੀਂ ਮਿਲੇਗੀ ਜੋ ਤੁਹਾਨੂੰ ਡਾਇਰੈਕਟ ਮਿਲ ਸਕਦੀ। ਬਾਣੀ ਕਹਿੰਦੀ ਹੈ ਕਿ ਤੂੰ ਪਰਮਾਤਮਾ ਹੀ ਹੈ ਤੇ ਅਲਪਿਤ ਹੈ, ਤੇ ਤੂੰ ਕਾਹਨੂੰ ਲਿਪਟਿਆ ਪਿਆ। ਤੇ ਇਸ ਕਰਕੇ ਤੂੰ ਆਪਣੇ ਆਪ ਦਾ ਜੋ ਤੇਰੀ ਅਸਲੀ ਸ਼ਕਤੀ ਹੈ ਉਹਨੂੰ ਪਛਾਣ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਗੋਰਖੀ ਸਾਹਿਬ, ਬਹੁਤ ਕਮਾਲ ਦੀ ਪੌੜੀ ਹੈਗੀ ਹੈ। ਦੇਖੋ ਇਹਦੇ ਵਿੱਚ ਜਿਹੜਾ ਅਗਲੀ ਤੁਕ ਜਿਹੜੀ ਹੈਗੀ, ਜੋ ਤਿਸ ਭਾਵ ਹੈ ਸੋ ਕਰੇ, ਹਰ ਕਰੇ ਸੋ ਹੋਗੀ। ਹੁਣ ਇਹਦੇ ਸਿੰਪਲ ਅਰਥ ਜਿੱਥੇ ਮਰਜ਼ੀ ਦੇਖ ਲਓ, ਇਹਦੇ ਅਰਥ ਆਈ ਮਿਲਣਗੇ ਵੀ ਜੋ ਮਾਲਕ ਨੂੰ ਮਾਲਕ ਚਾਹੁੰਦਾ ਹੈ ਉਹ ਕਰਦਾ ਹੈ, ਔਰ ਜੋ ਹਰ ਕਰੇ ਸੋ ਹੋਗੀ, ਜੋ ਉਹ ਕਰਦਾ ਹੈ ਉਹੀ ਹੁੰਦਾ ਹੈ, ਉਹੀ ਹੋਊਗਾ। ਹੁਣ ਇੱਥੇ ਜਿਹੜੀ ਗੱਲ ਹੋ ਰਹੀ ਆ ਪੌੜੀ ਦੇ ਵਿੱਚ, ਉਹ ਗੱਲ ਜਿਹੜੀ ਆ ਪਾਰ ਬ੍ਰਹਮ ਪਰਮਾਤਮਾ ਦੀ ਗੱਲ ਨਹੀਂ ਹੋ ਰਹੀ। ਇੱਥੇ ਗੱਲ ਹੋ ਰਹੀ ਆ ਆਪਣੇ ਅੰਦਰ ਜਿਹੜਾ ਪਰਮਾਤਮਾ ਹੈਗਾ, ਆਤਮਾ ਦੇ ਅੰਦਰ ਉਹ ਮਾਲਕ ਆਤਮਾ ਜਿਹੜੀ ਹੈਗੀ ਉਹਦੀ ਗੱਲ ਹੋ ਰਹੀ ਹੈ। ਕਾਇਆ ਦੇ ਅੰਦਰ ਜਿਹੜੀ ਵਸ ਰਹੀ ਹੈ ਉਹਦੀ ਗੱਲ ਹੋ ਰਹੀ ਹੈ। ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ, ਕਾਇਆ ਅੰਦਰ ਆਪ ਵਸ ਰਿਹਾ, ਇਹ ਆਪ ਦੀ ਗੱਲ ਹੋ ਰਹੀ ਹੈ। ਆਪੇ ਰਸ ਭੋਗੀ, ਉਹ ਰਸ ਭੋਗ ਰਿਹਾ, ਕਿਉਂਕਿ ਉਹ ਤਾਂ ਉਹ ਪਰਮਾਤਮਾ ਦਾ ਹੈ ਹੀ ਹੈ। ਜੋ ਉਹ ਚਾਹੂਗਾ ਤੇ ਉਹੀ ਹੋਣਾ ਆ, ਜੋ ਮੰਗੂਗਾ ਤੇ ਉਹੀ ਮਿਲਣਾ ਹੈ। ਆਪ ਅਤੀਤ ਅਲਿਪਤ ਹੈ, ਨਿਰਜੋਗ ਹਰ ਜੋਗੀ। ਆਪ ਤਾਂ ਅਤੀਤ ਆ, ਅਲਿਪਤ ਆ, ਨਿਰਜੋਗ ਹੈਗਾ, ਪਰ ਜੁੜਿਆ ਹੋਇਆ ਹੈ ਮਾਇਆ ਦੇ ਨਾਲ, ਪ੍ਰਕਿਰਤੀ ਦੇ ਨਾਲ, ਰਸ ਭੋਗ ਰਿਹਾ। ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੋ ਹੋਗੀ। ਕਹਿੰਦੇ ਭਾਈ ਜੋ ਉਹਨੂੰ ਪਾਉਂਦਾ ਆ ਉਹੀ ਉਹਨੇ ਕਰਨਾ ਹੈਗਾ, ਔਰ ਉਹ ਜੋ ਕਰੂਗਾ ਉਹੀ ਹੋਊਗਾ। ਜਦ ਤੱਕ ਆਪਾਂ ਆਪਸ਼ਨ ਨਹੀਂ ਦਿੰਦੇ ਤਦ ਤੱਕ ਤਾਂ ਭਾਈ ਇਸੇ ਤਰੀਕੇ ਦੇ ਨਾਲ ਚੱਲਦੇ ਰਵਾਂਗੇ। ਕੌਣ ਆ ਰੋਕ ਸਕਦਾ? ਰੁਕਤੇ ਤਾਂ ਹੈ ਨਹੀਂ ਆਪਾਂ। ਜੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਪਰਮਾਤਮਾ ਜਿਹੜੀ ਹੈਗੀ, ਜੇ ਖੇਡ ਬੰਦ ਕਰ ਦੇ ਤਾਂ ਭਾਵੇਂ ਉਹਦੇ ਚਲੇ ਜਾਈਏ, ਨਹੀਂ ਤਾਂ ਕਿਉਂਕਿ ਆਪਾਂ ਹੈ ਹੀ ਪਰਮਾਤਮਾ ਦਾ ਅੰਸ਼। ਤੇ ਜੋ ਆਪਾਂ ਇੱਛਾਧਾਰੀ ਹੈਗੇ, ਇੱਛਾਧਾਰੀ ਦਾ ਮਤਲਬ ਜੀ ਹੈ ਹੀ ਪਰਮਾਤਮਾ ਦਾ ਅੰਸ਼, ਪਰਮਾਤਮਾ ਹੀ ਹੈਗੇ ਆ, ਤੇ ਫਿਰ ਆਪਣੀ ਇੱਛਾ ਚੱਲਣੀ ਹੈ ਭਾਈ। ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੋ ਹੋਗੀ। ਹਰ ਗੁਰਮੁਖੇ ਨਾਮ ਤੇ ਆਈਏ, ਲਹਿ ਜਾਏ ਵਿਜੋਗੀ। ਇਸ ਕਰਕੇ ਭਾਈ ਇਹ ਆਤਮਾ ਇਹ ਮਨ ਦੇ ਅਧੀਨ ਹੋਈ ਪ੍ਰਕਿਰਤੀ ਦੇ ਅਧੀਨ ਹੋਈ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਜਿਹੜੀਆਂ ਪੰਜਾਂ ਇੰਦਰੀਆਂ ਦੇ ਅਧੀਨ ਹੋਈ ਤੇ ਨਾਮ ਧਿਆਉਣਾ ਜਿਹੜਾ ਹੈਗਾ, ਇਹ ਗੁਰੂ ਦੇ ਰਾਹੀਂ ਆ ਜਿਹੜਾ ਹੈਗਾ ਨਿਕਲ ਲਾ, ਔਰ ਆਪਣੇ ਅਸਲੀ ਰੂਪ ਨੂੰ ਪਛਾਣ ਲਾ, ਤੇ ਤੇਰਾ ਜਨਮਾਂ ਦਾ ਜਿਹੜਾ ਵਿਜੋਗ ਹੈਗਾ ਉਹ ਲੈ ਜਾਏਗਾ ਭਾਈ। ਔਰ ਇਹ ਜਿਹੜੀ ਹੈਗੀ ਮਨ ਜਿਹੜਾ ਹੈਗਾ, ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਪ੍ਰਕਿਰਤੀ ਜਿਹੜੀ ਹੈ, ਮਾਇਆ ਜਿਹੜੀ ਹੈਗੀ, ਅਕਾਲ ਜਿਹੜਾ ਹੈਗਾ, ਔਰ ਤੈਨੂੰ ਇਹਨੇ ਪਕੜਿਆ ਹੋਇਆ ਹੈ, ਇਹਨੇ ਜਕੜਿਆ ਹੋਇਆ ਹੈ, ਇਹ ਜਕੜ ਖੁੱਲ ਜਾਏਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਤੂੰ ਭਗਤੀ ਕਰੇਂਗਾ ਤੇ ਫੇਰ ਕੀ ਹੋਊਗਾ, ਇਹ ਜਿਹੜਾ ਵਿਜੋਗ ਆ ਉਹ ਖਤਮ ਹੋ ਜਾਏ। ਜਿਹੜਾ ਸੰਬੰਧ ਟੁੱਟ ਗਿਆ ਨਾ ਤੇਰਾ ਪਰਮਾਤਮਾ ਦੇ ਨਾਲ, ਸੰਬੰਧ ਹੀ ਟੁੱਟ ਗਿਆ, ਹੋਰ ਤੇ ਕੁਝ ਵੀ ਨਹੀਂ ਹੋਇਆ। ਆਪਾਂ ਨੂੰ ਸਾਰਾ ਕੁਝ ਯਾਦ ਆ, ਬਸ ਆਤਮਾ ਯਾਦ ਨਹੀਂ। ਬਸ ਬਾਣੀ ਤਾਂ ਹੀ ਤੇ ਕਹਿੰਦੀ ਪਰਮੇਸ਼ਰ ਦੇ ਭੁੱਲਿਆਂ ਤੇ ਵੀ ਆਪਣੇ ਸਭੇ ਰੋਗ। ਜੇ ਤੂੰ ਪਰਮਾਤਮਾ ਨੂੰ ਭੁੱਲ ਜਾਏਗਾ ਤੇ ਫਿਰ ਕਾਫੀ ਤੈਨੂੰ ਪ੍ਰੋਬਲਮ ਦੇਖਣੀ ਪਵੇਗੀ, ਕਿਉਂਕਿ ਤੂੰ ਆਤਮਾ ਨੂੰ ਛੱਡਦਾ ਹੈ ਤੇ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਪ੍ਰਗਟ ਹੋ ਜਾਣੇ। ਕਿਉਂਕਿ ਦੋਨਾਂ ਚੋਂ ਇੱਕ ਨੇ ਪ੍ਰਗਟ, ਇੱਕ ਨੂੰ ਪ੍ਰਗਟ ਕੀਤਾ ਜਾ ਸਕਦਾ। ਜਾਂ ਤੂੰ ਆਤਮਾ ਨੂੰ ਪ੍ਰਗਟ ਕਰ ਲੈ ਜਾਂ ਮਾਇਆ ਨੂੰ ਪ੍ਰਗਟ ਕਰ ਲੈ। ਮਾਇਆ ਦੇ ਵਿੱਚ ਤੇਰਾ ਹੈਗੀ ਹਾਂ, ਤੇ ਫਿਰ ਜਦੋਂ ਇਹ ਪ੍ਰਗਟ ਹੋ ਗਏ ਤੇ ਵਿਜੋਗ ਹੋ ਜਾਣਾ, ਤੇ ਜਦੋਂ ਇਹ ਕਮਜ਼ੋਰ ਹੋ ਗਏ ਤੇ ਸੰਜੋਗ ਹੋ ਜਾਣਾ। ਔਰ ਇਹਦੇ ਲਈ ਚੁਆਇਸ ਤੇਰੀ ਚੱਲਣੀ ਆ, ਇੱਛਾ ਤੇਰੀ ਚੱਲਣੀ ਆ ਭਾਈ। ਜੋ ਤੂੰ ਚਾਹੇਗਾ ਤਾਂ ਉਹੀ ਮਿਲਣਾ ਹੈ ਤੈਨੂੰ, ਉਸੇ ਪਾਸੇ ਨੂੰ ਜਾ ਸਕਦਾ ਹੈ। ਹਾਂ ਮਿਲਣਾ ਹੈ। ਇੱਕ ਤੇ ਹਲਤ ਤੇ ਪਲਤ ਦੋਨੋਂ ਸੌਰ ਜਾਣੇ ਆ। ਇਹ ਵੀ ਸੌਰ ਜਾਣਾ ਤੇ ਉਹ ਵੀ ਸੌਰ ਜਾਣਾ। ਇਹ ਹੁਣ ਇਹ ਸਾਡੀ ਮਰਜ਼ੀ ਹੈ। ਤੁਸੀਂ ਉਸ ਨੂੰ ਸਵਾਰ ਕੇ ਜਾਣਾ ਹੈ ਤੇ ਜਾਂ ਉਹਨੂੰ ਵਿਗਾੜ ਕੇ ਜਾਣਾ ਹੈ। ਠੀਕ ਹੈ।
ਇਹ ਸਾਡੀ ਮਰਜ਼ੀ ਹੈ, ਇਹਦੇ 'ਚ ਕੋਈ ਜ਼ਬਰਦਸਤੀ ਨਹੀਂ ਗੀ। ਹਰ ਇੱਕ ਜੀਵ ਜਿਹੜਾ ਉਹ ਸੁਤੰਤਰ ਹੈ, ਆਜ਼ਾਦ ਹੈ, ਮੁਕਤ ਹੈ। ਉਹ ਆਪਣੇ ਜੀਵਨ ਦੇ ਵਿੱਚ ਫੈਸਲੇ ਖੁਦ ਕਰ ਸਕਦਾ। ਆਖਰ ਤੇ ਜਿਹੜਾ ਫੈਸਲਾ ਹੈ ਉਹ ਤੁਹਾਡਾ ਹੀ ਹੈ। ਤੁਸੀਂ ਕਿਹੜਾ ਫੈਸਲਾ ਨਿੱਜਰ ਸਾਹਿਬ, ਤੁਹਾਡਾ ਫੈਸਲਾ ਕੋਈ ਚੇਂਜ ਥੋੜੀ ਕਰ ਸਕਦਾ, ਇਹ ਤੁਹਾਡੀ ਮਰਜ਼ੀ ਹੈ। ਬਿਲਕੁਲ ਗੋਰਖੀ ਸਾਹਿਬ। ਔਰ ਦੂਸਰੀ ਚੀਜ਼ ਹੈਗੀ ਬਈ ਇੰਨੇ ਯੁੱਗ ਜਦ ਆਪਾਂ ਇੰਨੇ ਯੁੱਗ ਕਿੰਨੀਆਂ ਮਨੁੱਖ ਜੂਨਾਂ ਲੰਘਾ ਦਿੱਤੀਆਂ ਆ, ਇੱਕ ਹੋਰ ਲੰਘ ਜਾਊਗੀ ਤੇ ਕਿੰਨੀ ਕੁ ਵੱਡੀ ਗੱਲ ਹੋ ਜਾਊਗੀ। ਹਾਂ, ਬੰਦਾ ਬਹੁਤ ਪੁਰਾਣਾ ਜੀ। ਉਹ ਬਾਣੀ 'ਚ ਵੀ ਲਿਖਿਆ, ਕਹਿੰਦੇ ਕਿ ਤੂੰ ਇੰਨਾ ਪੁਰਾਣਾ ਹੈ ਨਾ, ਇਹ ਧਰਤੀਆਂ, ਸੂਰਜ, ਚੰਦਰਮਾ, ਤਾਰੇ, ਇਹ ਵਿਸ਼ਨੂੰ ਬ੍ਰਹਮੇ ਵੀ ਨਹੀਂ ਹੈਗੇ, ਇੰਨਾ ਪੁਰਾਣੇ ਆ ਆਪਾਂ। ਜਸਟ ਸੋਚੋ ਕਿੰਨੇ ਪੁਰਾਣੇ ਆ ਆਪਾਂ, ਬਹੁਤ ਪੁਰਾਣੇ ਆ। ਜਿਹੜਾ ਤੁਹਾਡੇ ਅੰਦਰ ਜੀਵ ਰਹਿੰਦਾ ਹੈ ਨਾ, ਉਹ ਇੰਨਾ ਪੁਰਾਣਾ ਹੈ ਨਾ, ਇਹ ਸੂਰਜ ਵੀ ਨਹੀਂ ਹੈਗੇ ਕਹਿੰਦੇ ਉਦੋਂ ਦਾ ਵਾ। ਬਸ ਦੇਖ ਲਓ, ਏਦਾਂ ਤੁਰਿਆ ਫਿਰਦਾ ਹੈ ਕਈਆਂ ਦੇ ਰੂਪਾਂ 'ਚ, ਕੀੜੀ ਬਣ ਜਾਂਦਾ ਹੈ, ਹਾਥੀ ਬਣ ਜਾਂਦਾ ਹੈ, ਏਦਾਂ ਘੁੰਮੀ ਜਾਂਦਾ ਮੋਹ ਦੇ ਵਿੱਚ। ਕਿਉਂਕਿ ਮਾਇਆ ਦੇ ਵਿੱਚ ਨਾ ਭਰਮ 'ਚ ਆ ਗਿਆ, ਆਪਣੇ ਆਪ ਨੂੰ ਭੁੱਲ ਗਿਆ। ਇਹੋ ਹੀ ਆ, ਹੋਰ ਤੇ ਕੁਛ ਵੀ ਨਹੀਂ। ਅੱਜ ਦੇ ਵਿਚਾਰ ਇੱਥੇ ਸਮਾਪਤ ਜੀ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਇੱਕ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਿਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਮਾਣ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ